ਤਕ ਗੁਰੂ ਨਿਸਤਾਰੈ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ। ਨਿਰਮਲ ਬਾਣੀ ਹਰ ਸਾਲਾਹੀ, ਜਪ ਹਰ ਨਿਰਮਲ ਮਹਿਲ ਗਵਾਵਣਿਆ। ਹਉ ਵਾਰੀ ਜਿਉ ਵਾਰੀ, ਸੁਖ ਦਾਤਾ ਮਨ ਵਸਾਵਣਿਆ। ਹਰ ਨਿਰਮਲ ਗੁਰ ਸ਼ਬਦ ਸਾਲਾਹੀ, ਸ਼ਬਦੋ ਸੁਣ ਤਿਸਾ ਮਿਟਾਵਣਿਆ। ਰਹਾਉ ਨਿਰਮਲ ਨਾਮ ਵਸਿਆ ਮਨ ਆਏ, ਮਨ ਤਨ ਨਿਰਮਲ ਮਾਇਆ ਮੋਹ ਗਵਾਏ। ਨਿਰਮਲ ਗੁਣ ਗਾਵੈ ਨਿਤ ਸਾਚੇ ਕੇ, ਨਿਰਮਲ ਨਾਦ ਵਜਾਵਣਿਆ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੁਆ ਤਿਥੈ ਮੋਹ ਨ ਮਾਇਆ। ਨਿਰਮਲ ਗਿਆਨ ਧਿਆਨ ਅਤਿ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ, ਹਉਮੈ ਮਹਿਲ ਗੁਰ ਸ਼ਬਦੇ ਧੋਵੈ। ਨਿਰਮਲ ਵਾਜੈ ਅਨਹਦ ਧੁਨ ਬਾਣੀ, ਦਰ ਸੱਚੈ ਸ਼ੋਭਾ ਪਾਵਣਿਆ। ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਮਨੁਆ ਹਰ ਸ਼ਬਦ ਪਰੋਵੈ। ਨਿਰਮਲ ਨਾਮ ਲਗੇ ਬੜ ਭਾਗੀ, ਨਿਰਮਲ ਨਾਮ ਸੁਹਾਵਣਿਆ। ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮਨ ਤਨ ਮੋਹ ਹੈ। ਸਚ ਨਾਮ ਮਲ ਕਦੇ ਨ ਲਾਗੈ, ਮੁਖ ਊਜਲ ਸਚ ਕਰਾਵਣਿਆ। ਮਨ ਮੈਲਾ ਹੈ ਦੂਜੈ ਭਾਏ, ਮੈਲਾ ਚੌਂਕਾ ਮੈਲੇ ਥਾਏ। ਮੈਲਾ ਥਾਏ ਫਿਰ ਮੈਲ ਵਧਾਏ, ਮਨ ਮੁਖ ਮੈਲ ਦੁਖ ਪਾਵਣਿਆ। ਮੈਲੇ ਨਿਰਮਲ ਸਭ ਹੁਕਮ ਸਬਾਏ, ਸੇ ਨਿਰਮਲ ਜੋ ਹਰ ਸਾਚੇ ਪਾਏ। ਨਾਨਕ ਨਾਮ ਵਸੈ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਮੈਲੇ ਨਿਰਮਲ ਸਭ ਹੁਕਮ ਸਬਾਏ, ਸੇ ਨਿਰਮਲ ਜੋ ਹਰ ਸਾਚੇ ਪਾਏ। ਨਾਨਕ ਨਾਮ ਵਸੈ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸੰਧਿਆ ਸਮੇਂ ਅਸੀਂ ਗੁਰੂ ਦਰਬਾਰ ਹਾਜ਼ਰ ਹੋ ਪਾਏ ਹਾਂ, ਜਾਂ ਟੈਲੀਵਿਜ਼ਨ ਰਾਹੀਂ ਜੋ ਸਾਡੀ ਗਲੋਬਲ ਸੰਗਤ ਆ ਸ਼ਬਦ ਨਾਲ ਸਰਸ਼ਾਰ ਹੋ ਰਹੀ ਹੈ, ਇਹ ਵੀ ਵੱਡ ਭਾਗਤਾ ਹੈ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਮਾਝ ਰਾਗ ਦੇ ਅਸ਼ਟਪਦੇ ਗੁਰੂ ਅਮਰਦਾਸ ਪਾਤਸ਼ਾਹ ਦੁਆਰਾ ਉਚਾਰਨ ਕੀਤੀ ਗਈ ਪਾਵਨ ਬਾਣੀ ਅਸੀਂ ਵਿਚਾਰਦੇ ਹਾਂ। ਜੋ ਸ਼ਬਦ ਆਪ ਨੇ ਸਰਵਨ ਕੀਤਾ ਹੈ, ਬੀਤੇ ਕੱਲ ਇਹਦੀ ਤਕਰੀਰ ਵਿਚਾਰ ਪ੍ਰਾਰੰਭ ਕੀਤੀ ਸੀ। ਰਹਾਉ ਦਾ ਪਦਾ ਤੇ ਸ਼ੁਰੂਆਤੀ ਬੰਦ ਵਿਚਾਰਿਆ ਸੀ, ਅੱਜ ਅਗਲੇਰੇ ਬੰਦ ਵਿਚਾਰਾਂਗੇ।
ਸਰਸਰੀ ਨਜ਼ਰ ਇੱਕ ਮੁੱਖ ਸੁਨੇਹੇ ਤੇ ਰਹਾਉ ਦੇ ਪਦੇ ਤੇ ਗੁਰਦੇਵ ਜ਼ਿਕਰ ਕਰਦੇ, ਹਉ ਵਾਰੀ ਜਿਉ ਵਾਰੀ ਸੁਖ ਦਾਤਾ ਮਨ ਵਸਾਵਣਿਆ। ਗੁਰੂ ਅਮਰਦਾਸ ਸਾਹਿਬ ਕਹਿੰਦੇ, ਮੈਂ ਉਹਦੇ ਤੋਂ ਕੁਰਬਾਨ ਜਾਣਾ, ਆਪਣੀ ਜਾਨ ਵਾਰਦਾ ਜਿਹੜੇ ਸੁਖਾਂ ਦੇ ਸੋਮੇ ਅਕਾਲ ਪੁਰਖ ਵਾਹਿਗੁਰੂ ਦੇ ਭੈ ਭਾਵ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਨੇ, ਜਿਨ੍ਹਾਂ ਦੀ ਐਸੋਸੀਏਸ਼ਨ ਉਸ ਆਲਮਾਈਟੀ ਅਕਾਲ ਪੁਰਖ ਵਾਹਿਗੁਰੂ ਨਾਲ ਮਨ ਕਰਕੇ ਬਣ ਗਈ ਹੈ। ਸੁਖ ਦਾਤਾ ਮਨ ਵਸਾਵਣਿਆ। ਅਗਲੀ ਲਾਈਨ ਐਸੇ ਰਹਾਉ ਦੇ ਪਦੇ ਦੀ, ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣਿਆ। ਰਹਾਉ ਨਿਰਮਲ ਦੋ ਲਫ਼ਜ਼ਾਂ ਦੇ ਸੁਮੇਲ ਨਾਲ ਬਣਿਆ ਇੱਕ ਲਫ਼ਜ਼ ਹੈ। ਦੇ ਸਮਾਸ ਦੇਖਦੇ ਹਾਂ, ਇਹਨੂੰ ਅਸੀਂ ਰੂਟਸ ਤੋਂ ਵਰਡ ਨੂੰ ਪਕੜਦੇ ਹਾਂ। ਨਿਰ ਪਲਸ ਮਲ, ਮਲ ਮੈਲ ਫਿਲਥ ਡਰਟ, ਤੇ ਨਿਰ ਵਿਦਾਊਟ ਸਮਥਿੰਗ ਵਿਦਾਊਟ ਫਿਲਥ। ਭਾਵ ਜਿਹੜੀ ਚੀਜ਼ ਜਾਂ ਬਿਨਾਂ ਮੈਲ ਤੋਂ ਜਾਂ ਮੈਲ ਨੂੰ ਕਲੀਨ ਕਰਨ ਵਾਸਤੇ, ਮੈਲ ਨੂੰ ਲਾਹਣ ਵਾਸਤੇ, ਉਤਾਰਨ ਵਾਸਤੇ ਸਾਡੀ ਮਦਦ ਕਰਦੀ ਹੈ, ਉਹ ਨਿਰਮਲ ਹੈ। ਇਸ ਪ੍ਰਸੰਗ ਦੇ ਵਿੱਚ ਸ਼ਬਦ ਨੂੰ ਨਿਰਮਲ ਕਿਹਾ ਗਿਆ ਆ। ਮੈਂ ਬੇਨਤੀ ਬੀਤੇ ਕੱਲ ਬੜੀ ਡਿਟੇਲਡ ਵੇ ਨਾਲ ਕੀਤੀ ਸੀ ਕਿ ਮੈਲੀ ਚੀਜ਼ ਨੂੰ ਧੋਣ ਵਾਸਤੇ ਮੈਲ ਰਹਿਤ ਚੀਜ਼ ਚਾਹੀਦੀ ਹੈ। ਤੁਹਾਡਾ ਕੋਈ ਹੱਥ ਪੈਰ ਗੰਦੇ ਨੇ, ਸਾਫ਼ ਪਾਣੀ ਚਾਹੀਦਾ ਹੈ। ਜੇ ਪਾਣੀ ਗੰਦਾ ਆ, ਹੱਥ ਪੈਰ ਸਾਫ਼ ਨਹੀਂ ਹੋਣਗੇ। ਜੇ ਗੁਰੂ ਗ੍ਰੰਥ ਸਾਹਿਬ ਦੇ ਹਾਲਾਂਕਿ ਬਚਨਾਂ ਦੇ ਵਿੱਚ ਕਾਫੀ ਰੈਪੀਟੀਸ਼ਨ ਵੀ ਆ ਰਹੀ ਹੈ, ਪਰ ਇਹ ਹੈ ਕਿ ਜੇ ਤੁਸੀਂ ਕੁਝ ਐਗਜ਼ਾਮਪਲਸ ਲੈਣੀਆਂ ਹੋਣ ਇਸੇ ਪ੍ਰਥਾ ਇਹ, ਤੇ ਮਹਾਰਾਜ ਜੀ ਦੇ ਪਾਵਨ ਬਾਣੀ 'ਚ ਬਹੁਤ ਸ਼ਬਦ ਅਸੀਂ ਪੜ੍ਹਦੇ ਹਾਂ। ਜੇ ਸਾਹਿਬ ਜ਼ਿਕਰ ਕਰਦੇ, ਕਿਆ ਬਗ ਬਪੂੜਾ ਛਪੜੀ ਨਹਾਏ ਕੀਚੜ ਡੂਬੇ ਮੈਲ ਨਾ ਜਾਏ। ਮਤਲਬ ਇਤਨੀ ਪਿਆਰੀ ਐਗਜ਼ਾਮਪਲ ਗੁਰੂ ਸਾਹਿਬ ਨੇ ਹਿਪੋਕ੍ਰੇਸੀ ਦੀ, ਕਲਟ ਦੀ, ਮਤਲਬ ਰਿਲੀਜੀਅਸ ਕਲਚਰ 'ਚ ਤੁਸੀਂ ਚਲੇ ਜਾਓਗੇ, ਉਹਦੀ ਦਿੱਤੀ ਵੀ ਕਮਾਲ। ਬੰਦਾ ਕਈ ਵਾਰੀ ਕਹਿੰਦਾ ਵੀ ਗੁਰੂ ਸਾਹਿਬ ਕਮਾਲ ਹੀ ਹੈ। ਕਿਆ ਬਗ ਬਪੂੜਾ ਛਪੜੀ ਨਹਾਏ। ਬਗਲਾ ਸਾਡੇ ਜਿਹੜਾ ਖਾਸ ਕਰਕੇ ਸਾਊਥ ਏਸ਼ੀਅਨ ਕਲਚਰ ਆ ਜਾਂ ਲਿਟਰੇਚਰ ਆ, ਉਹਦੇ 'ਚ ਜਿਹਨੂੰ ਪਖੰਡੀ ਕਹਿਣਾ ਹੋਏ ਨਾ, ਹਿਪੋਕਰੇਟ, ਐਂਡ ਵੀ ਯੂਜ਼ ਵੈਰੀ ਸਿੰਪਲ ਵਰਡ, ਬਗਲਾ ਭਗਤ ਆ। ਮਤਲਬ ਬਗਲਾ ਉਹ ਆ, ਦਿਸਦਾ ਕੁਝ ਆ ਹੈ ਕੁਝ। ਦਿਸਦਾ ਕੀ ਆ? ਚਿੱਟਾ ਹੰਸ ਵਰਗਾ। ਜੇ ਉਹਦੀ ਬਾਡੀ ਲੈਂਗੁਏਜ ਵੀ ਦੇਖੋ ਤੇ ਪਾਣੀ ਦੇ ਵਿੱਚ ਇੱਕ ਲੱਤ ਤੇ ਇੱਕ ਟਿਕ ਖੜਾ ਸਮਾਧੀ ਲਾ ਕੇ ਬਿਲਕੁਲ ਸਹਿਜ ਵਿੱਚ, ਕੋਈ ਬੰਦਾ ਅੰਦਾਜ਼ਾ ਲਾ ਸਕਦਾ ਹੈ ਕਿ ਇਤਨਾ ਸ਼ਰੀਫ, ਇਤਨਾ ਸਾਊ, ਬਿਲਕੁਲ ਕੋਈ ਚੰਚਲਤਾ ਨਹੀਂ। ਉਹਦੇ ਮੁਕਾਬਲਤਨ ਕਾਂ, ਚਿੜੀਆਂ, ਤੋਤੇ, ਹੋਰ ਜਾਨਵਰ ਦੇਖੋ, ਚੰਚਲਤਾ, ਇਸ ਟਾਹਣੀ ਤੋੜ ਕੇ ਉਸ ਟਾਹਣੀ ਤੇ ਹਿਲ ਜੁਲ ਸਭ ਕੁਝ। ਪਰ ਬਗਲਾ ਇੱਕ ਟਿਕ ਬਿਲਕੁਲ। ਤੁਸੀਂ ਉਹਨੂੰ ਦੇਖਣ ਲੱਗ ਜਾਓ, ਤੁਸੀਂ ਅੱਕ ਜਾਓਗੇ, ਥੱਕ ਜਾਓਗੇ, ਮੂਵ ਹੀ ਨਹੀਂ ਹੋ ਰਿਹਾ, ਕੋਈ ਮੂਵਮੈਂਟ ਨਹੀਂ, ਬਿਲਕੁਲ ਇੱਕ ਟਿਕ ਖੜਾ ਇੱਕ ਲੱਤ ਦੇ ਉੱਤੇ। ਪਰ ਜਦੋਂ ਤੁਸੀਂ ਉਹਦੀ ਕਰਤੂਤ ਦੇਖੋਗੇ, ਤੁਸੀਂ ਬਹੁਤ ਸਾਰੇ ਜਾਨਵਰਾਂ ਨੂੰ ਦੇਖਦੇ ਹੋ ਜਿਹੜੇ ਮਾਸ ਖਾਂਦੇ ਨੇ, ਮਾਸਾਹਾਰੀ ਨੇ। ਆਪਾਂ ਸ਼ੇਰ ਦੀ ਮਿਸਾਲ ਲੈ ਲਈਏ, ਹੋਰ ਬਹੁਤ ਸਾਰੇ ਜਾਨਵਰਾਂ ਦੀ। ਉਹ ਕਿਸੇ ਵੀ ਜਾਨਵਰ ਨੂੰ ਖਾਣ ਤੋਂ ਪਹਿਲਾਂ ਉਹਨੂੰ ਮਾਰਦੇ ਨੇ, ਫਿਰ ਖਾਣਾ ਸ਼ੁਰੂ ਕਰਦੇ ਨੇ। ਪਹਿਲਾਂ ਉਹਦੀ ਸਾਹ ਮੁਕਾ ਦਿੰਦੇ ਨੇ, ਫਿਰ ਉਹਨੂੰ ਖਾਂਦੇ ਨੇ। ਬਗਲਾ ਇੱਕ ਐਸਾ ਜਾਨਵਰ ਹੈ ਜਿਹੜਾ ਮਾਰਦਾ ਨਹੀਂ ਨਾ, ਜਿਉਂਦੇ ਡੱਡੂ ਨੂੰ, ਜਿਉਂਦੀ ਮੱਛੀ ਨੂੰ ਫੜ ਕੇ ਖਾਣਾ ਸ਼ੁਰੂ ਕਰਦਾ। ਉਹ ਤੜਪਦਾ ਹੈ, ਉਹਨੂੰ ਪਹੁੰਚਿਆਂ ਥੱਲੇ ਬਿਲਕੁਲ, ਤੇ ਕ੍ਰਿਸ ਨਹੀਂ ਕਰਦਾ। ਬਾਡੀ ਲੈਂਗੁਏਜ, ਉਹਦੀ ਅਪੀਅਰੈਂਸ, ਉਹਦਾ ਸਾਰਾ ਬਿਹੇਵੀਅਰ ਉਸ ਲੈਵਲ ਤੇ ਦੇਖਦੇ ਹੋ, ਜੋ ਅਸੀਂ ਬਾਹਰੋਂ ਨਜ਼ਰ ਪੈਂਦਾ ਹੈ, ਇੰਝ ਲੱਗਦਾ ਬਗਲੇ ਵਰਗਾ ਤੇ ਕੋਈ ਜਾਨਵਰ ਹੈ ਹੀ ਨਹੀਂ, ਕੋਈ ਪਰਿੰਦਾ ਹੈ ਹੀ ਨਹੀਂ। ਜਦੋਂ ਕਰਮ ਦੇਖਦੇ ਹੋ ਤੇ ਬੰਦਾ ਕਹਿੰਦਾ ਓਹੋ ਹੋ, ਇਤਨਾ ਚੰਡਾਲ। ਹੁਣ ਇਸ ਨੂੰ ਮਨੁੱਖਾਂ ਦੀ ਦੁਨੀਆ 'ਚ ਲੈ ਆਓ। ਮਨੁੱਖਾਂ ਦੀ ਦੁਨੀਆ 'ਚ ਜਿਹੜੇ ਲੋਕ ਬੜੇ ਧਾਰਮਿਕ ਹੋਣ ਦਾ ਵਿਖਾਵਾ ਕਰਦੇ ਨੇ, ਬੜੇ ਸੋਸਾਇਟੀ ਵਾਸਤੇ ਬੜਾ, ਤੁਸੀਂ ਅੱਜ ਦਾ ਪੋਲੀਟੀਕਲ ਸਿਸਟਮ ਦੇਖ ਲਵੋ, ਇੰਸਟੀਟਿਊਸ਼ਨਸ ਦੇਖ ਲਵੋ, ਯੂ ਕੈਨ ਸੀ ਐਨੀਵੇਅਰ, ਦੇਰ ਆਰ ਸੋ ਮੈਨੀ ਐਗਜ਼ਾਮਪਲਸ।
ਬਗਲੇ। ਤੇ ਫਿਰ ਬਗਲੇ ਨੇ ਜੇ ਕਿਤੇ ਆਪਣਾ ਕਲਿਆਣ ਕਰਨਾ ਹੋਏ, ਬਗਲਾ ਸੋਚੇ ਵੀ ਓਕੇ ਚਲੋ ਆਪਾਂ ਨਾ enough is enough, I cannot handle any more this kind of cult behavior, I want to come out of it, where to go, ਕਿੱਥੇ ਜਾਏ। ਗੁਰੂ ਸਾਹਿਬ ਕਹਿੰਦੇ ਇੱਕ ਤੇ ਆਪ ਬਗਲਾ ਤੇ ਉਤੋਂ ਆਪਣੇ ਬਗਲੇ ਪੁਣੇ ਚੋਂ ਬਾਹਰ ਆਉਣ ਵਾਸਤੇ, ਨਹਾਉਣ ਵਾਸਤੇ ਪਤਾ ਕਿੱਥੇ ਤੁਰ ਜੇ? ਛਪੜੀ ਦੇ ਵਿੱਚ। ਤੁਸੀਂ ਸੋਚ ਸਕਦੇ ਹੋ ਮੁਕਤੀ ਹੋ ਸਕਦੀ ਹੈ, ਉਹ ਬਚ ਸਕਦਾ ਹੈ। ਕਿਆ ਬਗ ਬਪੂੜਾ ਛਪੜੀ ਨਹਾਏ। ਲੋਕ ਬੁਰੇ ਲੋਕ ਜੇ ਕਲਿਆਣ ਹਿਤ ਸਿੱਖਿਆ ਲੈਣ ਹਤ ਆਪਣੇ ਆਪ ਨੂੰ ਬਦਲਣ ਲਈ ਜਾਣਗੇ ਤੇ ਕਿੱਥੇ ਜਾਣਗੇ? ਜਿੱਥੇ ਜਾਣਾ ਆ ਉਹ ਭਾਵੇਂ ਧਾਰਮਿਕ ਸੰਸਥਾਵਾਂ ਤੇ ਭਾਵੇਂ ਧਰਮ ਤੇ ਭਾਵੇਂ ਹੋਰ, ਉਹ ਉਦੋਂ ਹੀ ਗਰਕ ਗਿਆ। ਫਿਰ ਕਿੱਥੇ ਜਾਏਗਾ ਬੰਦਾ? ਹੋਪ ਹੀ ਖਤਮ ਹੋ ਗਈ। ਕਿਆ ਬਗ ਬਪੂੜਾ ਛਪੜੀ ਨਹਾਏ, ਕੀਚੜ ਡੁੱਬੇ ਮੈਲ ਨਾ ਜਾਏ। ਚਿੱਕੜ ਦੇ ਵਿੱਚ ਡੁੱਬਿਆਂ ਤੇ ਮੈਲ ਨਹੀਂ ਜਾ ਸਕਦੀ। ਮੈਲ ਲਾਹਣੀ ਹੈ ਤੇ ਕੋਈ ਨਿਰਮਲ ਸੋਰਸ ਚਾਹੀਦਾ ਆ। ਤੁਸੀਂ ਕਹੋਗੇ ਸਾਰੇ ਚ, ਫਿਰ ਬੰਦਾ ਹੋਪਲੈਸ ਹੋ ਜਾਏਗਾ। ਹਾਂ, ਪਰ ਆਹ ਸ਼ਬਦ ਹੋਪ ਦਿੰਦੇ ਨੇ, ਇਹ ਸ਼ਬਦ ਦਿੰਦੇ ਨੇ। ਗੁਰੂ ਸਾਹਿਬ ਬਿਆਨ ਕਰਦੇ ਨਿਰਮਲ, ਉਹ ਸ਼ਬਦ, ਉਹ ਸੋਝੀ ਦੇਣ ਵਾਲੀ ਬਾਣੀ ਜਿਹੜੀ ਜਦੋਂ ਵੀ ਪੜ੍ਹੋਗੇ, ਸਮਝੋਗੇ, ਅਪਣਾਓਗੇ, ਤੁਹਾਡੇ ਜੀਵਨ ਨੂੰ ਮੈਲ ਰਹਿਤ ਕਰੇਗੀ। ਇਹ ਸੋਰਸ ਬਾਣੀ ਹੈ। ਪਾਣੀ ਸਾਫ਼ ਹੋਏਗਾ, ਤੁਹਾਡੇ ਹੱਥਾਂ ਪੈਰਾਂ ਦੀ ਮੈਲ ਲਾ ਦੇਗਾ। ਸਾਫ਼ ਸੋਰਸ ਨਾਲ ਜੁੜੋਗੇ। ਹੁਣ ਬਾਣੀ ਵਰਗੀ ਰਚਨਾ ਆ ਤੁਹਾਡੀ ਮਾਦਰੀ ਬੋਲੀ ਦੇ ਵਿੱਚ, ਮਾਂ ਬੋਲੀ ਵਿੱਚ, ਗੁਰਮੁਖੀ ਅੱਖਰਾਂ 'ਚ ਆ। ਥੋੜ੍ਹੀ ਜਿਹੀ ਐਫਰਟ ਪਾਵਾਂਗੇ, ਸਮਝ ਵੀ ਆ ਜਾਏਗੀ। ਉਸ ਸਮਝ ਦੇ ਨਾਲ ਅਰਦਾਸ ਕਰਾਂਗੇ, ਮਾਲਕ ਦੇ ਚਰਨਾਂ ਦਾ ਧਿਆਨ ਰੱਖਾਂਗੇ। ਸੁਖ ਦਾਤਾ ਮਨ ਵਸਾਵਣੇ, ਉਹ ਮਨ ਵੀ ਵਸ ਜਾਏਗਾ ਆ ਕੇ। ਸਾਡੇ ਪੁਰਖੇ, ਸਾਡੇ ਬਜ਼ੁਰਗਾਂ ਨੇ ਉਸ ਖਿੱਤੇ ਜਿੱਥੇ ਲੋਕੀ ਕਹਿੰਦੇ ਸੀਗੇ ਕਿ ਕੀ ਇਮਾਨਦਾਰੀ, ਕੀ ਬਹਾਦਰੀ, ਕੀ ਦਲੇਰੀ, ਕੀ ਮਨੁੱਖਤਾ, ਇਹ ਚੀਜ਼ਾਂ ਕਿੱਥੋਂ ਲੱਭਦੇ ਹੋ ਤੁਸੀਂ? ਤੇ ਵਿਟਨੈਸ ਤਵਾਰੀਖ ਨੇ ਇਹੋ ਜਿਹਾ ਰੰਗ ਵੀ ਕੀਤਾ ਕਿ ਛੋਟੇ ਛੋਟੇ ਬੱਚੇ ਵੀ ਇੰਟੀਗ੍ਰਿਟੀ ਵਾਸਤੇ, ਟਰੂਥਫੁਲਨੈਸ ਵਾਸਤੇ, ਮਨੁੱਖਤਾ ਦੇ ਕਲਿਆਣ ਹਿਤ, ਹੱਕ ਸੱਚ ਵਾਸਤੇ ਨੀਹਾਂ 'ਚ ਖੜੇ ਹੋ ਗਏ ਜਾ ਕੇ। ਦੈਟ ਇਜ਼ ਬਾਣੀ। ਇਹ ਨਿਰਮਲ ਸੋਰਸ ਆ। ਇਹੋ ਜਿਹੀ ਚੀਜ਼ ਗੁਰੂ ਸਾਹਿਬ ਕਹਿੰਦੇ ਇਹ ਉਹ ਨਿਰਮਲ ਤੱਤ ਆ। ਤੇ ਗੁਰੂ ਅਮਰਦਾਸ ਸਾਹਿਬ ਨੂੰ ਐਕਸਪਲੇਨ ਕਰ ਰਹੇ ਨੇ ਇਹਦੇ 'ਚ। ਸਭ ਨੇ ਬਿਆਨ ਕੀਤਾ। ਮਹਾਰਾਜ ਕਹਿੰਦੇ ਕਿ ਹਉ ਵਾਰੀ ਜਿਉ ਵਾਰੀ ਸੁਖ ਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ। ਹਰੀ ਦਾ ਨਾਮ ਨਿਰਮਲ ਹੈ ਤੇ ਗੁਰੂ ਦੀ ਸ਼ਬਦ ਦੇ ਜ਼ਰੀਏ ਉਹਦੀ ਸਲਾਹੁਤਾ ਨਾਲ ਜੁੜ। ਇਸ ਚੀਜ਼ ਨੂੰ ਤੂੰ ਫੋਲੋ ਕਰ। ਸ਼ਬਦੋ ਸੁਣ ਤਿਸਾ ਮਿਟਾਵਣਿਆ। ਤਿਸਾ ਮਿਟਾਵਣਿਆ, ਬੰਦੇ ਦੇ ਅੰਦਰ ਜਿਹੜੀ ਕ੍ਰੇਵਿੰਗ ਆ, ਉਹ ਕਿਸੇ ਚੀਜ਼ ਦੀ ਵੀ ਹੋ ਸਕਦੀ ਹੈ। ਇੱਕ ਜਨਰਲ ਫੂਡ ਤੋਂ ਲੈ ਕੇ ਡਿਫਰੈਂਟ ਕੈਮੀਕਲਸ ਦੀ, ਡਿਫਰੈਂਟ ਹੈਬਿਟਸ, ਕੋਈ ਵੀ ਚੀਜ਼ਾਂ ਹੋ ਸਕਦੀਆਂ ਨੇ। ਜਦੋਂ ਅੱਜ ਦੀ ਦੁਨੀਆ 'ਚ ਅਸੀਂ ਦੇਖਦੇ ਹੈਗੇ ਆ, ਵਕਾਰ ਨੇ, ਖਾਣ ਪੀਣ ਦਾ ਨਿਜ਼ਾਮ ਟੁੱਟ ਗਿਆ ਆ, ਸ਼ਰਾਬ, ਹੋਰ ਨਸ਼ੇ, ਸਭ ਚੀਜ਼ਾਂ, ਸੁਸਾਇਟੀ ਇੱਥੋਂ ਹੀ ਖਰਾਬ ਹੋ ਰਹੀ ਸਾਰੀ। ਤੇ ਉਸ ਸਾਰੇ ਦੇ ਵਿੱਚੋਂ ਲੋਕਾਂ ਨੂੰ ਤੁਸੀਂ ਫੋਰਸਫੁਲੀ, ਜੇ ਸਪੋਜ਼ ਕਰੋ ਕਿ ਕਾਨੂੰਨ ਐਸੇ ਬਣਾ ਦਿਓ ਸ਼ਰਾਬ ਨਾ ਹੋਏਗੀ, ਲੋਕੀ ਸ਼ਰਾਬ ਨਹੀਂ ਪੀਣਗੇ। ਮਿਡਲ ਈਸਟ ਵੇਖ ਲਓ ਜਾ ਕੇ, ਯੂ ਕੈਨ ਸੀ। ਇੱਥੇ ਇਸੇ ਮੁਲਕ ਦੇ ਵਿੱਚ ਲਾ ਐਂਡ ਆਰਡਰ ਹੈ, ਸਭ ਕੁਝ ਮੇਨਟੇਨ ਕੀਤਾ, ਪਰ ਇਲਿਸਿਟ ਡਰੱਗਸ ਦੀ ਮਾਰਕੀਟ ਦੇਖੋ ਕਿੱਡੀ ਵੱਡੀ ਹੈ। ਮਤਲਬ ਹੁਣ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਜੇ ਲੋਕਾਂ ਨੇ ਖਾਣਾ ਹੀ ਹੈ, ਖਰੀਦਣਾ ਹੀ ਹੈ। ਤੁਸੀਂ ਆਪ ਪਿਛਲੇ ਮਹੀਨੇ ਦਾ ਹੀ BC ਦਾ ਡਾਟਾ ਆਇਆ ਹੈਗਾ, ਲੋਕੀ ਕਰੋਨਾ ਨੂੰ ਰੋ ਰਹੇ ਨੇ, ਕਰੋਨਾ ਡੈਥ ਹੋ ਗਈਆਂ, ਬੜਾ ਫੈਟਲ ਹੈਗਾ, ਬੜਾ ਜਿਹੜਾ ਹੈਗਾ ਜਿਹੜਾ ਖਾਸ ਕਰਕੇ ਮੋਰਟੈਲਿਟੀ ਰੇਟ ਬੜਾ ਹਾਈ ਹੈ। ਇਸ ਤਰੀਕੇ ਨਾਲ ਜਿਹੜਾ ਓਵਰਡੋਜ਼ ਨਾਲ ਡੈਥ ਹੋਈ, ਇਕੱਲਾ ਉਹ ਡਾਟਾ ਕੱਢ ਲਓ ਪੂਰੇ BC 'ਚ, ਪੂਰੇ ਪਿਛਲੇ ਕੋਵਿਡ ਸੀਜ਼ਨ 'ਚ ਇੰਨੀ ਡੈਥ ਹੋਈ ਜਿੰਨੀ ਉਹ 1 ਮਹੀਨੇ 'ਚ ਹੋ ਗਈ। ਤੇ ਇੱਥੇ ਦੇ ਅੰਡਰਲਾਈਂਗ ਇਸ਼ੂਜ਼ ਵਾਲੇ ਲੋਕ ਮਰੇ ਹੋਣਗੇ, ਕੁਝ ਹੋਰ ਚੀਜ਼ਾਂ, ਤੇ ਸਾਰਾ ਯੰਗ ਬਲੱਡ ਮਰ ਗਿਆ ਉਹਦੇ 'ਚ। ਇਸ ਰਿਐਲਿਟੀ ਹੈ, ਮਤਲਬ ਹਾਰਸ਼ ਰਿਐਲਿਟੀ ਹੈ।
ਤੇ ਇਹ ਲੱਗਦਾ ਹੈ ਕਿ ਇਹ ਬੜੀ ਦੂਰ ਦੀ ਕੌੜੀ ਹੋਏਗੀ। ਸਾਡੇ ਆਲੇ ਦੁਆਲੇ ਦੇ ਲੋਕ ਨੇ ਸਾਡੀ ਸੁਸਾਇਟੀ 'ਚੋਂ ਹੀ। ਹੁਣ ਇਹ ਸਭ ਦੇ ਪਿੱਛੇ ਹੁਣ ਗੱਲ ਕੀਤੀ ਜਾ ਰਹੀ ਵੀ ਓਕੇ ਜੇ ਲੋਕਾਂ ਨੇ ਖਾਣਾ ਹੀ ਹੈ। ਓਪੀਓਇਡਸ ਦਾ ਲੈ ਲਓ ਤੁਸੀਂ, ਫੈਂਟਨਲ ਦਾ ਲੈ ਲਓ। ਫੈਂਟਨਲ ਦੀ ਦੇਖੋ ਓਵਰਡੋਜ਼ ਕਿੰਨੀ ਹੋਈ, ਓਪੀਓਇਡਸ ਦੀ ਕਿੰਨੀ ਹੋਈ। ਹੁਣ ਕਿਹਾ ਜਾ ਰਿਹਾ ਕਿ ਲੈਟਸ ਓਪਨ ਦਾ ਸ਼ਾਪਸ, ਓਪਨ ਕਰੋ। ਜੇ ਖਾਣਾ ਹੀ ਐਟਲੀਸਟ ਕੋਈ ਮੈਜਰ ਕਰਕੇ ਕੋਈ ਪ੍ਰੋਪਰ ਜ਼ਹਿਰ ਖਾ ਕੇ ਤਾਂ ਲੋਕ ਮਰਨ। ਜੇ ਨਾ ਡੋਜ਼ ਲੈਣੀ ਹੈ ਕੋਈ ਸੁਪਰਵਾਈਜ਼ ਕਲੀਨਿਕ ਖੋਲ ਦਿਓ, ਐਟਲੀਸਟ ਕੋਈ ਓਵਰਸੀਜ਼ ਕਰੇਗਾ ਇਹਨਾਂ ਨੂੰ, ਕੋਈ ਦੱਸੇਗਾ ਭਾਈ ਇਸ ਤੋਂ ਬਾਅਦ ਡੋਜ਼ ਲਏਗਾ ਮਰ ਜਾਏਗਾ ਤੂੰ। ਸੋ ਇਹ ਚੀਜ਼ਾਂ ਸੁਸਾਇਟੀ 'ਚ ਹੋ ਰਹੀਆਂ ਨੇ। ਮੈਂ ਜਿਹੜੀ ਬੇਨਤੀ ਕੀਤੀ ਤੁਸੀਂ ਫੋਰਸਫੁਲੀ ਰੋਕੋਗੇ, ਕੋਈ ਚੀਜ਼ ਨਹੀਂ ਰੁਕੇਗੀ। ਗੁਰੂ ਸਾਹਿਬ ਨੇ ਕਲਚਰ ਬਦਲਿਆ। ਮੈਂ ਤੁਹਾਨੂੰ ਛੋਟੀ ਜੀ ਮਿਸਾਲ ਦੇਣਾ, ਵਟ ਐਵਰ ਐਕਚੁਅਲੀ ਆਮ ਟ੍ਰਾਈਂਗ ਟੂ ਪ੍ਰੈਜ਼ੈਂਟ ਹੇਅਰ, ਇਟਸ ਡਾਟਾ ਬੇਸਡ। ਇਹ ਕੋਈ ਇਹ ਨਹੀਂ ਕਿ ਮੈਂ ਕੋਈ ਦੰਤ ਕਥਾ ਸੁਣਾ ਰਿਹਾ ਤੁਹਾਨੂੰ ਇਤਿਹਾਸ ਦੀ ਆਲੇ ਦੁਆਲੇ ਦੀ। ਪੰਜਾਬ ਦੀ ਫਿਜ਼ਾਂ ਦੇ ਵਿੱਚ ਜਿਹੜੀਆਂ ਫਸਲਾਂ ਬਹੁਤ ਵਧੀਆ ਹੋ ਸਕਦੀਆਂ ਨੇ, ਉਹਨਾਂ ਦੇ ਵਿੱਚ ਜਿਹੜਾ ਜਗਤ ਜੂਠ ਹੈ ਟਬੈਕੋ, ਇਹਦੀ ਖੇਤੀ ਬੜੀ ਵਧੀਆ ਹੋ ਸਕਦੀ ਤੇ ਲੋਕੀ ਹਜ਼ਾਰਾਂ ਸਾਲਾਂ ਤੋਂ ਕਰਦੇ ਸੀ। ਗੁਰੂ ਪੀਰੀਅਡ ਆਉਂਦਾ ਹੈ, ਗੁਰੂ ਪੀਰੀਅਡ ਇੱਥੇ ਕਲਚਰ ਬਦਲਦਾ ਹੈ। ਇੱਕ ਐਸਾ ਕਲਚਰ ਬਿਲਡ ਹੁੰਦਾ ਆ ਪੰਜਾਬ ਦੀ ਫਿਜ਼ਾਂ ਦੇ ਵਿੱਚ। ਹੁੱਕਾ ਨੋਸ਼ੀ, ਸਮੋਕ ਕਰਨਾ, ਤਮਾਕੂ ਪੀਣਾ, ਤਮਾਕੂ ਖਾਣਾ, ਜਗਤ ਝੂਠ ਜਿਹਨੂੰ ਅਸੀਂ ਕਹਿ ਰਹੇ ਹਾਂ, ਆਲਮੋਸਟ ਐਲੀਮੀਨੇਟ ਹੋ ਗਏ। ਐਲੀਮੀਨੇਟ। ਅਰਬਾਂ ਦੇ ਵਪਾਰੀ ਆਉਣ, ਉਹ ਕਹਿਣ ਪੈਸੇ ਲਾ ਲਓ, ਇੰਨੇ ਖੇਤ ਬੀਜ ਲਓ, ਕਹਿੰਦੇ ਜਾਣਾ ਹੀ ਨਹੀਂ ਇਸ ਰਾਹ ਦੇ ਉੱਤੇ, ਫੋਰਗੇਟ ਅਬਾਊਟ ਇਟ। ਇਹ ਹੈ ਕਲਚਰ ਬਦਲ ਜਾਣਾ। ਸਿੱਖੀ ਇਟਸ ਫੁੱਲ ਵਿਦ ਗਲੋਰੀ, ਐਂਡ ਵੈਨ ਆਮ ਸੇਇੰਗ ਸਿੱਖੀ, ਗੁਰਬਾਣੀ, the messages which can help you to come out of any kind of habit, any kind of greed, any kind of cult. ਇਹਨੂੰ ਕਹ ਤਿਸਾ ਬੁਝਾਵਣਿਆ, ਬੰਦੇ 'ਚ ਤਿਸਾ ਹੀ ਨਹੀਂ ਰਹਿ ਗਈ। ਉਹ ਕੋਈ ਕਹਿੰਦਾ ਵੀ ਤੈਨੂੰ ਆਹ ਆਫਰ, ਉਹ ਕਹਿੰਦੇ ਜੀ ਇਹ ਹੋ ਹੀ ਨਹੀਂ ਸਕਦਾ, ਪੋਸੀਬਲ ਹੀ ਨਹੀਂ ਜੀ, ਨੋ ਵੇ। ਐਸੇ ਈਮਾਨ ਪ੍ਰਸਤ ਲੋਕ ਅੱਜ ਹਾਲਤ ਇਹ ਹੈ। ਮੈਂ ਪਹਿਲੇ ਬੇਨਤੀ ਕੀਤੀ, ਹਿਪੋਕ੍ਰੇਸੀ ਵੇਖਦਾ ਬੰਦਾ ਬਗਲੇ ਵਾਲੀ, ਫਿਰ ਕਈ ਵਾਰ ਲੱਗਦਾ ਹੈ ਸਭ ਖਤਮ ਹੋ ਗਿਆ, ਸਭ ਖਰਾਬ ਹੋ ਗਿਆ। ਐਸਾ ਨਹੀਂ ਹੈਗਾ। ਗੁਰਬਾਣੀ ਦਾ ਜਿਹੜਾ ਥਾਟ ਆ, ਜੇ ਕਿਤੇ ਕਿਸੇ ਸੁਰਤ 'ਚ ਆ ਜਾਏ, ਇਹ ਤੇ ਆਪਣੇ ਨਾਲ ਅੰਗੇਜ ਕਰ ਲਏਗਾ ਬੰਦੇ ਨੂੰ। ਤੇ ਜਿਨ੍ਹਾਂ ਨੂੰ ਕੀਤਾ ਉਹਨਾਂ ਦੇ ਸਾਹਮਣੇ ਨਵਾਬੀਆਂ ਵੀ ਰੁਲ ਗਈਆਂ, ਉਹਨਾਂ ਦੇ ਸਾਹਮਣੇ ਹਰ ਚੀਜ਼ ਰੁਲ ਗਈ। ਜ਼ਿੰਦਗੀ ਦੀ ਛੋਟੀ ਤੋਂ ਛੋਟੀ, ਸਾਨੂੰ ਅੱਜ ਦੇ ਹਾਲਾਤਾਂ ਦੇ ਛੋਟੀਆਂ ਵੀਕਨੈਸਿਸ ਨੇ ਲੋਕਾਂ ਦੀਆਂ। ਮੈਂ ਤੇ ਕਈ ਵਾਰੀ ਅਹਿਸਾਸ ਕਰਦਾ ਹਾਂ ਕਿ ਇੱਕ ਐਗਜ਼ਾਮਪਲ ਕਰ ਦਿੰਦਾ ਵਾਂ, ਕਈ ਵਾਰੀ ਬਾਤ ਫਿਲਾਸਫਿਕਲੀ ਭਾਰੀ ਵੀ ਲੱਗਦੀ ਹੈ। ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਆਪਣੇ ਇੱਥੇ ਮਾਲਟਨ ਦੀ ਹੋਈ, ਤੇ ਇੱਕ ਫੈਮਿਲੀ ਨੇ ਮੈਨੂੰ ਕੰਸਲਟ ਕੀਤਾ ਤੇ ਉਹ ਕਹਿਣ ਲੱਗੇ ਗੱਲ ਇਹ ਹੈ ਕਿ ਸਾਡੇ ਇੱਕ ਨੌਨਿਹਾਲ ਮੀਨ ਟੀਨ ਬੱਚੇ ਦਾ ਇੱਕ ਇਸ਼ੂ ਆ ਰਿਹਾ ਹੈਗਾ। ਇਸ਼ੂ ਕੀ ਹੈ ਜੀ? ਇਸ਼ੂ ਇਹ ਹੈ ਕਿ ਉਹ ਚੋਰੀ ਛੁਪੇ ਡਰਿੰਕ ਕਰ ਰਿਹਾ ਹੈ, ਐਂਡ ਸਮਹਾਉ ਵੀ ਫਾਊਂਡ ਇਟ। ਓ ਠੀਕ ਹੈ ਜੀ, ਚੋਰੀ ਛੁਪੇ ਬਾਹਰੋਂ ਕਿਤੇ ਪੀਂਦਾ ਹੋਣਾ, ਕਿਤੇ ਦੋਸਤ ਕੋਲ ਜਾ ਕੇ ਕਿਸੇ ਕੋਲ ਉਸ ਤਰੀਕੇ ਨਾਲ। ਤੇ ਉਹ ਕਹਿੰਦੇ ਨਹੀਂ ਜੀ ਨਹੀਂ, ਬਾਹਰੋਂ ਨਹੀਂ, ਅਸਲ ਦੇ ਵਿੱਚ ਨਾ ਦਾਦਾ ਜੀ ਥੋੜ੍ਹਾ ਬਹੁਤਾ ਲਗਾ ਲੈਂਦੇ ਨੇ ਤੇ ਉਹਨਾਂ ਦਾ ਸਮਾਨ ਪਿਆ ਹੁੰਦਾ ਤੇ ਉਹਦੇ ਵਿੱਚੋਂ ਕੱਢ ਲੈਂਦਾ। ਅੱਛਾ, ਬੀਇੰਗ ਏ ਕਾਉਂਸਲਰ ਸਿੰਪਲ ਸੋਲਿਊਸ਼ਨ ਹੈ ਸਿੱਧਰ ਲੈਵਲ ਤੇ। ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਦਾਦਾ ਜੀ ਦਾ ਸਮਾਨ ਹੀ ਚੱਕ ਦਿੰਦੇ ਹਾਂ, ਨਿਬੜਿਆ ਕੰਮ ਹੈ ਨਾ। ਉਹ ਦਾਦਾ ਜੀ ਵਿੱਚ ਇੰਟਰਵਿਊ ਨਹੀਂ ਕਰਕੇ ਕਹਿੰਦੇ, ਫੈਮਿਲੀ 'ਚ ਬੈਠੇ, ਉਹ ਕਹਿੰਦੇ ਨਹੀਂ ਉਹ ਤੇ ਮੈਂ ਸੇਫ ਆਰਡਰ ਕਰਤੀ ਹੈ, ਸੇਫ ਆ ਜਾਏਗੀ, ਮੈਂ ਉਹਦੇ 'ਚ ਰੱਖ ਲਾਂਗਾ, ਕੋਈ ਐਸੀ ਗੱਲ ਨਹੀਂ ਹੈਗੀ। ਹੱਦ ਹੋ ਗਈ, ਸੇਫ ਆਰਡਰ ਕੀਤੀ, ਉਹਦੇ 'ਚ ਰੱਖਣੀ ਹੈ, ਆਪਾਂ ਵੈਸੇ ਹੀ ਚੱਕ ਦਿੰਦੇ ਹਾਂ। ਨਹੀਂ ਉਹ ਗੱਲ ਨਹੀਂ ਹੈ ਇਸ ਤਰੀਕੇ ਨਾਲ। ਹਾਲਤ ਕੀ ਹੈ? ਕਿੰਨੀ ਏਜ ਹੈ ਤੁਹਾਡੀ? ਜੀ ਮੈਂ 60 ਕ੍ਰਾਸ ਕਰ ਗਏ ਹੋ ਕਿ ਕੁਛ ਜੌਬ ਕੀਤੀ? ਹਾਂਜੀ ਹਾਂ, ਫਲਾਣ ਜਗ੍ਹਾ ਤੇ ਮੈਂ ਗਸਟਡ ਅਫਸਰ ਰਿਹਾ, ਫਲਾਣ ਜਗ੍ਹਾ ਤੇ ਆ ਰਿਹਾ, ਇੱਥੇ ਆ ਕੇ ਆ ਕੀਤਾ, ਇੱਥੇ ਆਈ ਐਮ ਵੈਲ ਐਜੂਕੇਟਡ, ਸਾਰਾ ਕੁਝ। ਮੈਂ ਕਿਹਾ ਜੀ ਸੌਰੀ, ਮੈਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ। ਡੋਂਟ ਟੇਕ ਇਟ ਅਦਰਵਾਈਜ਼, ਟੇਕ ਇਟ ਸੀਰੀਅਸ, ਬਟ ਲੈਟ ਮੀ ਐਕਚੁਅਲੀ ਟੈਲ ਯੂ, ਤੁਸੀਂ ਇੰਨਾ ਤਜਰਬਾ, ਇੰਨੀ ਐਜੂਕੇਸ਼ਨ, ਇਹ ਸਭ ਕੁਝ ਲੈ ਕੇ
ਤੁਹਾਡਾ ਆਪਣੇ ਆਪ ਤੇ ਕੰਟਰੋਲ ਨਹੀਂ ਹੈਗਾ। ਉਹ ਤੇ ਵਿਚਾਰਾ ਟੀਨ ਬੱਚਾ ਆ, ਸੋਚ ਕੇ ਦੇਖੋ सोसाइटी का इन्ना इन्फ्लुएंस है, पीयर प्रैशर है। हालत यह है कि बंदे की अपनी जिहड़ी है, हालांकि बंदा है किड्डी वड्डी चीज है। अखीर गल ये मुकी जो सारा मैनू पक्का याद आ, वो दादे ने रियलाइज करवाया दूजी फैमिली नूं भी ये बंदा ही गलत है, तुसीं गलत बंदे कोल आ गए हो, दिस इज नॉट गुड बंदा। इनू कह रहे हैं प्रॉब्लम इधर है, इधर नूं जा रहा। एक्चुअली गल तो सच्ची है। सपोज करो मैंने सिंपल एग्जाम्पल करके बचन ते आया ना वापस भी, कोई तुसी ना असी जिवें घरां च वेलां लाउने आ ना छोटियां छोटियां, कोई कद्दू दी, कोई करेले दी, कोई होर ਜ਼ਕੀਨੀ दी, किसी तरह दी। ਜਦੋਂ थोड़ी जी गर्मी पैंदी है, तुसी देखिया होएगा ਜਿਹੜੀਆਂ ਉਹਦੀਆਂ ਕਪੋਲਾਂ ਨੇ, ਜਿਹੜਾ ਉਹਦਾ ਬੜਾ ਸੌਫਟ ਤੇ ਕੋਜ਼ੀ ਪਾਰਟ ਆ, ਬਿਲਕੁਲ ਕਰੁੰਬਲਾਂ ਜਿਹੜੀਆਂ ਨੇ ਉਹਦੀਆਂ, ਉਹ ਕੁਮਲਾਣੀਆਂ ਸ਼ੁਰੂ ਕਰਦੀਆਂ ਨੇ। पर ਜਦੋਂ ਤੁਸੀਂ ਇਹ ਸੋਚੋ ਕਿ ਓਕੇ ਇਹਦੇ ਨਾ ਪੱਤੇ ਕੁਮਲਾਣ ਲੱਗੇ, ਇਹਦੀਆਂ ਕੁਰੰਬਲਾਂ ਕਮਲਾਣ ਲੱਗੀਆਂ ਨੇ, ਆਪਾਂ ਇਹਨਾਂ ਨੂੰ ਹਰਿਆਂ ਕਰ ਦਿੰਦੇ ਆ, ਉਹਨਾਂ ਦੇ ਪਾਣੀ ਦੇ ਛਿੱਟੇ ਦਿਓ ਜਾ ਕੇ, ਉਹ ਹਰੀਆਂ ਨਹੀਂ ਹੋਣਗੀਆਂ। ਹਾਂ ਹਰੀਆਂ ਹੋ ਜਾਣਗੀਆਂ ਜਦੋਂ ਤੁਸੀਂ ਉਹਦੀ ਜੜ ਵਿੱਚ ਜਾ ਕੇ ਪਾਣੀ ਪਾਓਗੇ। ਉਹ ਬੜੀ ਦੂਰ ਹੈ, ਉਹ ਲੱਭਣੀ ਪਏਗੀ, ਉੱਥੇ ਜਾ ਕੇ ਪਾਣੀ ਪਏਗਾ। ਰੂਟਸ ਨੂੰ ਫੜੋਗੇ, ਸਿਚੁਏਸ਼ਨਸ ਠੀਕ ਹੋਣਗੀਆਂ। ਬੰਦਾ ਕਹੇ ਨਹੀਂ ਨਹੀਂ ਰੂਟਸ ਤੇ ਨਾ ਜਾਓ ਤੁਸੀਂ, ਨੋ ਨੋ ਡੋਂਟ ਗੋ ਟੂਵਰਡ ਦ ਰੂਟਸ, just fix it as we are presenting, as we are saying। भाई इस तरह नहीं होता। इस तरह तो इन्ना की हो सकता है, किसी सो कॉल्ड ओझे कोल चले जाओ ਜਿਹੜੇ ਆ ਚੋਲਾ ਛਾਪ ਪਾਮ ਰੀਡਰਸ ਤੇ ਦੂਜੇ ਤੀਜੇ ਤਵੀਤਾ ਅੱਗੇ ਵਾਲੇ, ਉਹ ਕਰ ਦੇਣਗੇ, ਉਹਨਾਂ ਕੋਲ ਟ੍ਰੀਟਮੈਂਟ ਸਾਰੇ ਹੈਗੇ, they can do it because you guys want to some kind of exploitation and they are ready to do it। that's actually ਇਸ ਰੂਪ ਦੇ ਵਿੱਚ ਆ। ਜਿਹੜੀ ਚੀਜ਼ ਰੂਟਸ ਤੋਂ ਫੜਨੀ, ਰੂਟਸ ਤੋਂ ਇਹ ਹੈ ਤਿਸਾ, ਅੰਦਰ ਇੱਛਾ ਹੀ ਨਾ ਰਹਿ ਜਾਏ। ਤੇ ਇਹਦੇ ਲਈ ਹਾਂ ਜਿਉ ਬਜ਼ੁਰਗ ਇਹ ਬਾਤ ਕਹਿੰਦੇ ਕਿ ਮੰਨਦੇ ਹਾਂ ਗੱਲ ਠੀਕ ਹੈ, ਮੇਰੀ ਵੀ ਮਦਦ ਕਰੋ ਭਾਈ, ਤੁਹਾਡੀ ਮਦਦ ਕੀਤੀ ਜਾ ਸਕਦੀ ਹੈ। ਆਪਾਂ ਇਹਦੀ ਕ੍ਰੇਵਿੰਗ ਤੇ ਕੰਮ ਕਰਨਾ ਹੈ। ਕ੍ਰੇਵਿੰਗ ਤੇ ਕੰਮ ਕਿਵੇਂ ਕਰਾਂਗੇ? ਆਪਾਂ ਆਪਣੇ ਆਪ ਨੂੰ ਕਿਤੇ ਹੋਰ ਰੁਝਾਵਾਂਗੇ, ਰਿਪਲੇਸਮੈਂਟ ਕਰਾਂਗੇ, ਸੰਗਤ, ਵਲੰਟੀਅਰ ਵਰਕ, ਗੁਰਸ਼ਬਦ ਕੋ, देयर सो मेनी वेज। ਤੇ ਅਲਟੀਮੇਟਲੀ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰੋਗੇ ਤੇ ਦੱਸੋਗੇ ਉਹਨੂੰ ਕਿ ਬੱਚਾ ਉਰੇ ਆ ਦੇਖ, ਮੇਰੀ ਇੰਨੇ ਸਾਲਾਂ ਦੀ ਹੈਬਿਟ ਸੀਗੀ, I am actually coming out of it, I have done it and now you can do too, I will help you। ਸਿੰਪਲ ਹੈ, ਐਗਜ਼ਾਮਪਲ ਸੈੱਟ ਕਰਤੀ ਬਾਤ ਬਣ ਆਵੇਗੀ। ਗੁਰੂ ਸਾਹਿਬ ਕਹਿੰਦੇ ਇਹ ਸ਼ਬਦ ਐਸਾ ਆ ਜੇ ਕਿਤੇ ਤੁਸੀਂ ਇਹਦੇ ਨਾਲ ਜੁੜ ਜਾਓਗੇ, ਤਿਸਾ ਕ੍ਰੇਵਿੰਗ ਹੀ ਖਤਮ ਹੋ ਜਾਏਗੀ ਅੰਦਰੋਂ। ਅਗਲਾ ਬਚਨ ਜਿਹੜਾ ਅਸੀਂ ਵਿਚਾਰ ਰਹੇ 2 ਨੰਬਰ ਪਦਾ ਆ, ਨਿਰਮਲ ਨਾਮ ਵਸਿਆ ਮਨ ਆਏ, ਜਦੋਂ ਮਨ ਵਿੱਚ ਇਹੋ ਜੀ ਮੈਲ ਰਹਿਤ ਰਚਨਾ, ਬਾਣੀ, ਸ਼ਬਦ, ਅਲਫਾਜ਼, ਹਰਫ, ਅੱਖਰ। ਤੇ ਇੱਕ ਚੀਜ਼ ਹੋਰ ਚੇਤੇ ਰੱਖਿਆ ਜੇ, ਜਿਹੜੀ ਸ਼ਬਦਾਂ ਦੀ ਤਾਬ ਆ, what I'm saying here, ਸ਼ਬਦਾਂ ਦੀ ਤਾਬ ਮੀਨ ਜਿਹੜੀ ਸ਼ਬਦਾਂ ਦੇ ਵਿੱਚ ਇੱਕ ਤਰ੍ਹਾਂ ਦੀ ਇੰਟਿਊਸ਼ਨ ਹੁੰਦੀ ਹੈ, ਅਸੀਂ ਆਪਣੀ ਇੰਟਿਊਸ਼ਨ ਦੀ ਗੱਲ ਕਰਦੇ, ਬਟ ਸ਼ਬਦ ਇਟਸੈਲਫ ਹੈਵ देयर ਇੰਟਿਊਸ਼ਨ। ਉਹ ਜਿਹੜੀ ਚੀਜ਼ ਆ ਉਹ ਸਾਡੇ ਮਾਈਂਡ ਨੂੰ ਅਪੀਲ ਕਰਦੀ ਹੈ। ਕਦੀ ਧਿਆਨ ਨਾਲ ਦੇਖੋ, ਇਹਦੇ ਬਾਰੇ ਸਟੱਡੀਜ਼ ਵੀ ਹੈਗੀਆਂ ਨੇ ਕਿ ਬੱਚਾ ਆ ਤੇ ਤੁਸੀਂ ਸੋਚਦੇ ਹੋ ਇਸ ਬੱਚੇ ਨੂੰ ਨਾ ਇਹ ਟੀਵੀ ਦੇਖੀ ਜਾਂਦਾ ਤੇ ਮੈਂ ਇਹਨੂੰ ਟੀਵੀ ਤੋਂ ਦੂਰ ਹਟਾਉਣਾ ਆ, ਤੇ ਮੈਂ ਕੀ ਕਰਦਾ ਆ, ਮੈਂ ਕਰਦਾ ਕਿ ਉਹ ਬੇਟਾ ਉਹ ਨਾ ਉਹ ਆਈ ਟੋਟਲੀ ਫੋਰਗੇਟ, ਉਹ ਮੈਂ ਬਾਹਰ ਪਾਣੀ ਚੱਲਦਾ ਛੱਡ ਆਇਆ, ਉਹ ਜਾ ਕੇ ਬੰਦ ਕਰਕੇ ਆਏਗਾ, ਹਾਲਾਂਕਿ ਮੈਂ ਇੰਟੈਂਸ਼ਨਲੀ ਕਰਕੇ ਆਇਆ ਸਾਰਾ ਕੁਝ। ਉਹ ਕਹਿੰਦੇ ਬੱਚੇ ਦੀ ਇੰਟਿਊਸ਼ਨ ਜਿਹੜੀ ਉਹ ਕੰਮ ਕਰਦੀ, ਉਹਨੂੰ ਪਤਾ ਲੱਗਦਾ ਵੀ ਇਹ ਮੇਰੇ ਨਾਲ ਪਲੇ ਕਰ ਰਿਹਾ। ਹੁਣ ਹੋ ਸਕਦਾ ਚਲਾ ਵੀ ਜਾਏ ਸਭ ਕੁਝ, ਪਰ ਇੱਕ ਚੀਜ਼ ਪੱਕੀ ਹੋ ਗਈ, ਉਹਨੇ ਪਤਾ ਲੱਗ ਗਿਆ ਵੀ ਓਕੇ ਹੁਣ ਨਾ ਐਕਚੁਅਲੀ ਇਹਦੀ ਹਰ ਗੱਲ ਦਾ ਮਤਲਬ ਕੁਝ ਹੋ ਰਿਹਾ, ਇਹਦੀ ਇੰਟੈਂਸ਼ਨ ਕੁਝ ਹੋ ਰਿਹਾ, 10 ਕੁਝ ਹੋ ਰਿਹਾ। ਸੋ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਸ਼ਬਦ ਨੇ, ਅਲਫਾਜ਼ ਨੇ, ਹਰਫ ਨੇ। ਕਈ ਵਾਰ ਇੰਟੈਂਸ਼ਨ ਕੀ ਹੁੰਦੀ ਹੈ, ਤੁਸੀਂ ਬਹੁਤ ਸਾਰੇ ਧਾਰਮਿਕ ਸਕ੍ਰਿਪਚਰ ਪੜ੍ਹੋਗੇ, I don't want to name but you can go through with them, ਉਹਨਾਂ ਤੁਸੀਂ ਤਾਂ ਡੀਪ ਲੈਵਲ ਜਾਓਗੇ, ਤੁਹਾਨੂੰ ਇੰਟੈਂਸ਼ਨ ਦਾ ਪਤਾ ਲੱਗ ਜਾਏਗਾ। what is the intention? ਕਿਸੇ ਇੱਕ ਐਲੀਟ ਨੂੰ ਉੱਚਿਆਂ ਚੁੱਕਣਾ, ਕਿਸੇ ਖਾਸ ਜਮਾਤ ਨੂੰ ਜਿਹੜਾ ਹੈਗਾ ਸਮਾਜ ਦੇ ਸਰੋਪਰੀ ਕਰਨਾ ਆ, ਕਿਸੇ ਕੁਝ ਨਾ ਕੁਝ ਮਿਲ ਜਾਏਗਾ। ਜੇ ਤੁਸੀਂ ਗੁਰਸ਼ਬਦ ਨੂੰ ਬਹੁਤ ਡੀਪ ਲੈਵਲ ਤੇ ਐਨਾਲਿਸਿਸ ਕਰੋਗੇ ਨਾ, ਇਹਦੇ ਤੁਹਾਨੂੰ ਇਹੋ ਜਿਹਾ ਕੁਝ ਨਹੀਂ ਮਿਲੇਗਾ। ਇੱਕੋ ਹੀ ਗੁਰੂ ਸਾਹਿਬ ਦੀ ਇੰਟਿਊਸ਼ਨ ਸ਼ਬਦ ਦੀ ਤਾਬ ਆ, ਸਾਡਾ ਕਲਿਆਣ, ਸਾਡਾ ਸੁਧਾਰ, ਨਥਿੰਗ ਐਲਸ।
ਕੋਈ ਕਿਸੇ ਕਿਸਮ ਦਾ ਜਿਹਨੂੰ ਕਿਹਾ ਜਾਏ, ਈਵਨ ਜਿਹੜਾ ਰਿਲੀਜਨ ਵੀ ਹੈ, ਜਿਹਨੂੰ ਅਸੀਂ ਆਰਗੇਨਾਈਜ਼ ਰਿਲੀਜਨ ਕਹਿੰਦੇ ਆ, ਇਹ ਸਿੱਖੀ ਦੀ ਗਲੋਰੀ ਹੈ, ਜਿਹਦੇ 'ਚ ਇਹ ਕਿਹਾ ਗਿਆ ਕਿ ਤੂੰ ਮੁਸਲਮਾਨ ਹੈ, ਮੁਸਲਮਾਨ ਬਣਿਆ ਰਹੋ। ਬਾਣੀ ਪੜ੍ਹਦਿਆਂ ਤੈਨੂੰ ਇਹ ਸਮਝ ਆਏਗੀ ਮੁਸਲਮਾਨ ਬਣਨਾ ਕਿਵੇਂ ਹੈ। ਦੇਖ ਇਸ ਬਾਣੀ ਦੇ ਚੋਂ, ਇਹ ਚੋਂ ਤੈਨੂੰ ਨਮਾਜ਼ਾਂ ਦੀ ਸਮਝ ਲੱਗੇਗੀ, ਤੈਨੂੰ ਸਮਝ ਲੱਗੇਗੀ ਅਸਲ ਵਿੱਚ ਹੱਜ ਦੇ ਮਤਲਬ ਕੀ ਨੇ। ਇੱਕ ਨਵੇਂ ਕਿਸਮ ਦੀ ਬਾਤ ਗੁਰੂ ਬਾਬਾ ਜੀ ਕਰ ਰਹੇ ਇਹਦੇ 'ਚ। ਇਹ ਸਮੁੱਚੀ ਮਾਨਵਤਾ ਦੇ ਇੱਕ, ਜਿਹਨੂੰ ਕਿਹਾ ਜਾਏ ਕਿ ਇੱਕ ਹਿਊਮਨ ਹਾਰਮੋਨੀ ਬਿਲਡ ਕਿਵੇਂ ਕਰਨੀ ਹੈ, ਉਹਦੀ ਬਾਤ ਹੈ। ਇਹੋ ਜੀ ਬਾਣੀ ਕਿਉਂ ਨਾ ਮੈਲ ਉਤਾਰੇਗੀ, ਕਿਉਂ ਨਹੀਂ ਸਾਡੇ ਸਾਰੇ ਆਲੇ ਦੁਆਲੇ ਦਾ, ਸਾਡੀ ਸੁਸਾਇਟੀ ਦਾ, ਹਰ ਚੀਜ਼ ਦਾ ਭਲਾ ਕਰੇਗੀ। ਹੁਣ ਜਿਹੜੀ ਬਾਤ ਆ ਰਹੀ ਹੈ, ਸਾਹਿਬ ਜ਼ਿਕਰ ਕਰਦੇ ਨਿਰਮਲ ਨਾਮ ਵਸਿਆ ਮਨ ਆਏ। ਜਦੋਂ ਇਹੋ ਜਿਹੀ ਚੀਜ਼ ਮਨ ਵਿੱਚ ਵਸ ਗਈ, ਮਨ ਤਨ ਨਿਰਮਲ ਮਾਇਆ ਮੋਹ ਗਵਾਏ। ਮਨ ਨਿਰਮਲ ਹੈ, ਤਨ ਮੇ ਨਿਰਮਲ ਹੈ, ਮਾਇਆ ਮੋਹ ਗਵਾਏ। ਮਾਇਆ ਮੋਹ ਗਵਾਏ, ਮਾਇਆ ਦਾ ਮੋਹ। ਮਾਇਆ ਦਾ ਮੋਹ ਕੀ ਹੈ ਕਿ ਸੰਸਾਰ ਦੇ ਵਿੱਚ ਇੱਕ ਹਿਡਨ ਏਜੰਡਾ ਚੱਲਣਾ। ਮਤਲਬ ਕਈ ਵਾਰੀ ਬੜੀ ਹੈਰਾਨਗੀ ਹੁੰਦੀ ਮੈਨੂੰ, ਸਾਡੀ ਇੰਟੈਂਸ਼ਨ ਕੁਝ ਹੋਰ ਹੁੰਦੀ ਏ, ਵਿਖਾਨੇ ਕੋ ਜਾਂ ਕਰਦੇ ਕੋ, ਜਾਂ ਮੈਲ ਇਸੇ ਤਰ੍ਹਾਂ ਹੀ ਆ ਰਹੀ, ਮੈਲ ਲੁਕਾ ਛੁਪਾ ਕੇ ਆ ਰਹੀ, ਸਾਹਮਣੇ ਨਹੀਂ ਆ ਰਹੀ। ਜਿਵੇਂ ਸਾਡੇ ਇੱਥੇ ਜਿਹੜਾ ਵੈਲਫੇਅਰ ਸਿਸਟਮ ਉਹਨੂੰ ਕਿਹਾ ਜਾਂਦਾ ਸੋਸ਼ਲ ਸਿਕਿਉਰਿਟੀ। ਸੋਸ਼ਲ ਸਿਕਿਉਰਿਟੀ ਐਕਚੁਅਲੀ ਸੋਸ਼ਲ ਸਿਕਿਉਰਿਟੀ ਨਹੀਂ ਗੀ, ਉਹ ਫਾਈਨੈਂਸ਼ੀਅਲ ਸਿਕਿਉਰਿਟੀ। ਉਹ ਫਾਈਨੈਂਸ਼ੀਅਲ ਤੁਹਾਨੂੰ ਕੋਈ ਡੋਲ, ਤੁਹਾਨੂੰ ਕੋਈ ਹੈਲਪ ਦਿੱਤੀ ਜਾ ਰਹੀ ਹੈ। ਜਿਹੜੀ ਸੋਸ਼ਲ ਸਿਕਿਉਰਿਟੀ ਹੈ ਨਾ, ਇਹ ਤੇ ਬੜੀ ਵੱਡੀ ਚੀਜ਼ ਹੈ। ਇਹਦੇ ਲਈ ਤੇ ਕਰਤਾਰਪੁਰ ਸਿਜਣਾ ਪੈਂਦਾ ਹੈ। ਵਰਡ ਕੀ ਹੈ, ਉਹਦੇ ਵਿੱਚ ਕੀ ਹੈ। ਬਲੈਕ ਲਾਈਵ ਮੈਟਰਸ, ਐਵੇਂ ਨਹੀਂ ਐਕਚੁਅਲ ਲੈਵਲ ਤੇ ਜਿਹੜੀ ਮੂਵਮੈਂਟ ਖੜੀ ਹੋ ਗਈ। ਜਿਹੜੇ ਲੋਕ ਇੱਥੇ ਜੰਮੇ ਪਲੇ ਵਧੇ, ਉਮਰਾਂ ਗੁਜ਼ਾਰ ਦਿੱਤੀਆਂ, ਇੱਥੇ ਫੋਰਸਸ ਦੇ ਖਿਲਾਫ ਲੋਕ ਆ ਰਹੇ ਨੇ, ਜਿਹੜਾ ਹੈਗਾ ਐਬਰੀਜਨਲ ਕਮਿਊਨਿਟੀਜ਼, ਹੋਰ ਕਮਿਊਨਿਟੀਜ਼ ਆ ਰਹੀਆਂ ਨੇ। ਇਹ ਸਭ ਚੀਜ਼ਾਂ ਨੂੰ ਤੁਸੀਂ ਪਿੱਛੋਂ ਜਾ ਕੇ ਦੇਖੋਗੇ ਸੁਸਾਇਟੀ। ਹੁਣ ਕੁਝ ਲੋਕ ਆਵਾਜ਼ ਉਠਾ ਰਹੇ ਨੇ, ਹਿਪੋਕ੍ਰੇਸੀ ਚੋਂ ਬਾਹਰ ਆਉਣਾ ਪਏਗਾ, ਸਾਨੂੰ ਆਪਣੇ ਆਪ ਨੂੰ ਸਾਫ਼ ਗੋ ਕਰਨਾ ਪਏਗਾ। ਤੇ ਜਦੋਂ ਸਾਰੀ ਦੀ ਗੱਲ ਹੈਗੀ, ਇਹ ਗੁਰੂ ਗ੍ਰੰਥ ਸਾਹਿਬ ਦੀ ਉਸ ਕਰਤਾਰਪੁਰ ਵਾਲੀ ਬਾਤ ਵਾਲੇ ਪਾਸੇ ਜਾਵਾਂਗੇ ਅਸੀਂ। ਇਹ ਮਨੁੱਖ ਨੂੰ ਇੰਟਰਨਲ ਸਾਈਡ ਤੋਂ ਉਹਦੇ ਸੁਧਾਰ ਦੀ ਬਾਤ ਹੋ ਰਹੀ ਹੈ। ਹੁਣ ਇੱਥੇ ਗੁਰੂ ਬਾਬਾ ਜੀ ਨੇ ਬਾਤ ਕੀਤੀ, ਮਨ ਤਨ ਨਿਰਮਲ ਮਾਇਆ ਮੋਹ ਗਵਾਏ। ਮਾਇਆ ਮੋਹ ਗਵਾਏ, ਹਿਡਨ ਏਜੰਡੇ ਨਾ ਹੋਣ। ਬੰਦਾ ਵਿਖਾ ਕੁਝ ਰਿਹਾ ਹੈ ਤੇ ਕਰ ਕੁਝ ਰਿਹਾ ਹੈਗਾ। ਵਿਖਾਵਾ ਇਹ ਹੋ ਰਿਹਾ ਹੈ ਕਿ ਅਸੀਂ ਮੈਂ ਤੇ ਸੌਰੀ ਟੂ ਸੇ, ਹੈ ਨਾ, ਅਸੀਂ ਧਾਰਮਿਕ ਸੰਸਥਾਵਾਂ ਦੀ ਗੱਲ ਕਰਦੇ ਹਾਂ, ਹੋਰ ਜਗ੍ਹਾ ਦੀ 'ਚ ਮੈਂ ਤੇ ਸੋਸ਼ਲ ਸਪੋਰਟ ਕਰਨ ਵਾਲੀਆਂ ਕਲੀਨਿਕਸ ਦੇ ਨਾਲ, ਉਹਨਾਂ ਦੇ ਨਾਲ ਬੜੇ ਕਲੋਜ਼ਲੀ ਕੰਮ ਕੀਤਾ ਆ। ਬੜਾ ਕੁਝ ਦਿਸਦਾ ਕੁਝ ਆ। Recently, I was working with some kind of organization which is totally dedicated to well-being for humans. You know, they are working. ਉਹਦਾ ਸਲੋਗਨ ਹੀ ਹੈਗਾ, ਅਸੀਂ ਹਿਊਮਨ ਵੈਲਬੀਇੰਗ ਤੇ ਕੰਮ ਕਰਦੇ ਹਾਂ। ਤੇ ਜਿਹੜੇ ਉਹਦੇ EMPLOYEE ਨੇ ਉਹ ਕਹਿੰਦੇ ਜਨਾਬ ਗੱਲ ਇਹ ਹੈ ਵੀ ਇਹ ਹਿਊਮਨ ਵੈਲਬੀਇੰਗ ਵਾਸਤੇ ਕੰਮ ਕਰਦੇ ਨੇ, ਪਰ ਜਿਹੜੇ ਇਹਨਾਂ ਦੇ EMPLOYEE ਹੋ ਜਾਂਦੇ ਨੇ ਉਹਨਾਂ ਦੀ ਵੈਲਬੀਇੰਗ ਖਰਾਬ ਹੋ ਜਾਂਦੀ ਹੈ। ਐਕਚੁਅਲੀ ਉਹਨਾਂ ਨੂੰ ਇੰਨਾ ਸਟ੍ਰੈਸ ਤੇ ਇੰਨਾ ਕੁਝ ਦਿੰਦੇ ਨੇ, ਦੇ ਆਰ ਟੋਟਲੀ ਆਊਟ ਆਫ देयर ਵੈਲਬੀਇੰਗ। ਐਕਚੁਅਲੀ ਉਹ ਕਹਿੰਦੇ ਅਜੀਬ ਹਾਲਤ ਹੈ। ਐਕਚੁਅਲੀ ਹੈ ਕੀ ਹੈ, ਜਸਟ ਇੱਕ ਵਿਖਾਵਾ ਆ। ਡੀਪ ਲੈਵਲ ਤੇ ਲੋਕੀ ਜਿਵੇਂ ਕਾਰਪੋਰੇਸ਼ਨ, ਜਿਹੜਾ ਕਾਰਪੋਰੇਟ ਵਰਲਡ ਆ, ਕਾਰਪੋਰੇਸ਼ਨ ਦਾ ਜਿਹੜਾ ਕਨਸੈਪਟ ਆ, ਬਹੁਤ ਵਧੀਆ ਆ। ਸਾਡੇ ਤੇ ਕੁਝ ਸਕਾਲਰ ਲੋਕ ਕਹਿੰਦੇ ਨੇ ਆਵਰ ਗੁਰੂ ਇਜ਼ ਲਿਵਿੰਗ ਕਾਰਪੋਰੇਟ ਗੁਰੂ। ਇੱਕ ਜਿਹੜੀ ਹੈ ਉਸ ਰੂਪ ਦੇ ਵਿੱਚ ਆ। ਗੁਰੂ ਸਾਹਿਬ ਨੇ ਇੱਕ ਜਿਵੇਂ ਕਾਰਪੋਰੇਸ਼ਨ ਕਿਵੇਂ ਬਿਲਡ ਕਰਨਾ ਆ, 35 ਮਹਾਂਪੁਰਖ ਇਕੱਠੇ ਬੈਠੇ ਨੇ, ਇੱਕ ਆਈਡੀਆ ਨੂੰ ਪ੍ਰਮੋਟ ਕਰ ਰਹੇ ਨੇ। ਆਈਡੀਆ ਕੀ ਹੈ? ਮਨੁੱਖ ਨੂੰ ਮਨੁੱਖ ਬਣਨੇ 'ਚ ਮਦਦ ਕਰਨੀ ਹੈ। ਕਿਆ ਕਮਾਲ ਹੈ। ਇਸੇ ਤਰੀਕੇ ਦੀ ਸੁਸਾਇਟੀ ਬਿਲਡ ਕੀਤੀ। ਪੰਥ ਦੇ ਕਨਸੈਪਟ, ਗ੍ਰੰਥ ਤੇ ਪੰਥ ਨਾਲ ਲੈ ਕੇ ਆਏ। ਪਰ ਜਦੋਂ ਕਾਰਪੋਰੇਟ ਵਰਲਡ ਦੇ ਵਿੱਚ ਇੱਕ ਜਸਟ ਪ੍ਰੋਫਿਟ ਰਨਿੰਗ ਮਾਡਲ ਦੇ ਅੰਦਰ ਸਭ ਚੀਜ਼ਾਂ ਹੋ ਰਹੀਆਂ ਨੇ। ਅੱਜ ਛੋਟੇ ਛੋਟੇ ਬੱਚੇ ਨੇ ਵਿਚਾਰੇ, ਮੈਂ ਸੋਚਦਾ ਗਿਨੀ ਪਿਗਸ ਨੇ, ਉਹਨਾਂ ਵਾਸਤੇ ਤੁਸੀਂ ਦੇਖੋਗੇ ਕਿਹੜਾ ਹੈਗਾ ਆ ਉਹਨਾਂ ਲਈ ਜਿਹੜਾ ਅਥੈਂਟਿਕ ਸੋਰਸ, ਕ੍ਰੈਡੀਬਲ ਸੋਰਸ? ਮਾਂ ਬਾਪ। ਨੋ, ਮਾਂ ਬਾਪ ਦੀ ਗੱਲ ਤੇ ਬਹੁਤ ਪੁਰਾਣੀ ਹੈ। ਮਾਂ ਬਾਪ ਤੇ ਕੌਣ ਬਿਲੀਵ ਕਰਦਾ? ਨੋ ਵੇ। ਟੀਚਰ? ਨੋ, ਟੀਚਰ ਆਰ ਆਲਸੋ ਓਲਡ ਸਕੂਲ। then what is the credible source to get proper information? Google. Go there. ਵਿਚਾਰਿਆਂ ਨੂੰ ਇੰਨਾ ਨਹੀਂ ਪਤਾ, ਗੂਗਲ ਇਜ਼ ਏ
actually profit creating firm. ਉਹਦਾ ਮੇਨ ਜਿਹੜਾ ਏਜੰਡਾ ਆ, ਐਵੇਂ ਥੋੜਾ ਚੀਜ਼ਾਂ ਉਸ ਤਰੀਕੇ ਨਾਲ ਸਪਰੈਡ ਹੋਈ ਜਾਂਦੀਆਂ, ਫਿਰ ਹੋਰ ਇਹਦੇ ਨਾਲ ਬਹੁਤ ਸਾਰੇ ਇਸ਼ੂਜ਼ ਨੇ। ਮੈਂ ਸਾਰੇ ਦੀ ਬਾਤ ਤਾਂ ਕਰ ਰਿਹਾ ਕਿਉਂਕਿ ਅੱਜ ਦੀ ਦੁਨੀਆ ਸਾਨੂੰ ਇਹ ਚੀਜ਼ ਸਮਝ ਆ ਸਕੇ। ਗੁਰੂ ਬਾਬਾ ਜਿਹੜੀ ਬਾਤ ਕਰ ਰਹੇ ਇਹਦੇ ਵਿੱਚ, ਮਹਾਰਾਜ ਕਹਿੰਦੇ ਕਿ ਜੇ ਨਿਰਮਲ ਉਸ ਰੂਪ ਵਿੱਚ ਜਾਣਾ ਹੈ, ਫਿਰ ਹਿਡਨ ਰੂਪ ਨਹੀਂ, ਮਾਇਆ ਮੋਹ ਗਵਾਏ, ਮਾਇਆ ਮੋਹ ਗਵਾਏ। ਬੰਦਾ ਇੱਕ ਡੀਪ ਲੈਵਲ ਤੇ ਆਪਣੇ ਆਪ ਨੂੰ ਸੋਚ ਕੇ ਜੋ ਹੈ ਅੰਦਰੋਂ ਬਾਹਰੋਂ ਇੱਕ ਹੋ ਜਾਏ, ਆਪ ਹੋਏ, ਸੁਸਾਇਟੀ ਐਵੇਂ ਦੀ ਬਣਾਏ, ਸਮਾਜ ਐਵੇਂ ਦਾ ਬਣਾਏ, ਜੋ ਮਤਲਬ ਬਗਲੇ ਵਾਲੀ ਬਿਰਤੀ ਨਹੀਂ, ਮਹਿਲ ਨਹੀਂ, ਸਾਹਮਣੇ ਹੈ। ਅਗਲਾ ਬਚਨ ਲਿਖਿਆ ਉਹਦੇ ਚ, ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣਿਆ, ਨਿਰਮਲ ਗੁਣ ਗਾਵੇ ਨਿਤ ਸਾਚੇ ਕੇ। ਜਦੋਂ ਨਿਰਮਲ ਗੁਣ ਸੱਚੇ ਦੇ ਗਾਏ ਜਾਣਗੇ, ਨਿਰਮਲ ਨਾਦ ਵੱਜੇਗਾ। ਨਾਦ ਆਵਾਜ਼ ਨੂੰ ਕਿਹਾ ਜਾਂਦਾ ਆ, ਤੇ ਇਹ ਜੋਗੀ ਵਗੈਰਾ ਪੁਰਾਣੇ ਸਮੇਂ ਕਿੰਕੁਰੀਆਂ ਵਜਾਉਂਦੇ ਸੀਗੇ, ਖਾਸ ਕਿਸਮ ਦੇ ਸਿੰਗਾਂ ਦੀ ਆਵਾਜ਼ ਹੁੰਦੀ ਹੈ ਜਾਨਵਰਾਂ ਦੇ, ਜਿਹੜੀ ਬੜੀ ਡੀਪ ਹੁੰਦੀ ਹੈ ਤੇ ਬੜੀ ਮਿਜ਼ਮਰਾਈਜ਼ ਕਰ ਦਿੰਦੀ ਹੈ, ਬੰਦੇ ਨੂੰ ਹਿਪਨੋਟਾਈਜ਼ ਕਰ ਦਿੰਦੀ ਹੈ, ਇਸ ਕਿਸਮ ਦੀਆਂ ਚੀਜ਼ਾਂ। ਤੇ ਉਸ ਜਿਹੜਾ ਹੈਗਾ ਉਸ ਚੀਜ਼ ਨੂੰ ਇੱਕ ਲੈਵਲ ਤੇ ਲੈ ਜਾ, ਮੈਟਾਫੋਰਿਕ ਵੇ ਦੇ ਨਾਲ। ਤੁਸੀਂ ਗੁਰੂ ਸਾਹਿਬ ਦੇ ਸ਼ਬਦ ਪੜ੍ਹਦੇ ਹੋ, ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ। ਭਾਰਤੀ ਖਿੱਤੇ ਤੋਂ ਅੱਜ ਵੀ ਬਹੁਤ ਸਾਰੇ ਇਹੋ ਜਿਹੇ ਉਹਨਾਂ ਦੇ ਯੋਗੀ ਵਗੈਰਾ ਹੈਗੇ ਨੇ, ਜਿਹੜੇ ਉਹ ਸਾਰਾ ਲਿਟਰੇਚਰ ਪੜ੍ਹ ਕੇ ਆ ਰਹੇ ਨੇ, ਸਭ ਕੁਝ, ਤੇ ਵਰਲਡ ਦੇ ਵਿੱਚ ਇੱਕ ਸੈਲੈਬ੍ਰਿਟੀ ਦੀ ਤਰ੍ਹਾਂ ਜਾ ਰਹੇ ਨੇ, ਤੇ ਲੋਕੀ ਉਹਨਾਂ ਨੂੰ ਪੜ੍ਹਦੇ ਵੀ ਨੇ, ਸੁਣਦੇ ਵੀ ਨੇ, ਫੋਲੋ ਵੀ ਕਰਦੇ ਨੇ, ਤੇ ਸੋਚਦੇ ਕਮਾਲ ਹੋ ਜਾਏਗੀ ਇਹ ਤੇ। ਐਕਚੁਅਲੀ ਉਹ ਕਿੰਕੁਰੀ ਵਜਾ ਰਹੇ ਨੇ, ਤੇ ਉਹ ਕਿੰਕੁਰੀ ਜਿਹੜੀ ਹੈ ਉਹ ਇਸ ਕਿਸਮ ਦੀ ਕਿ ਹਿਪਨੋਟਾਈਜ਼ ਕਰੀ ਜਾ ਰਹੀ ਹੈ। ਹੁਣ ਜਿਹੜੀ ਗੁਰੂ ਸਾਹਿਬ ਨੇ ਕਿੰਕੁਰੀ ਵਜਾਈ ਉਹ ਡਿਫਰੈਂਟ ਹੈ। ਉਹ ਕਿਹੋ ਜਿਹੀ ਹੈ? ਆਪ ਇਹਨੂੰ ਇਸ ਤਰੀਕੇ ਨਾਲ ਦੇਖੋ, ਜਿਵੇਂ ਘਰਾਂ ਦੇ ਵਿੱਚ ਕਾਹਦੀ ਆਵਾਜ਼ ਹੁੰਦੀ ਹੈ? ਘਰਾਂ ਦੇ ਵਿੱਚ ਆਵਾਜ਼ ਹੁੰਦੀ ਹੈ ਭਾਂਡਿਆਂ ਦੀ, ਮੈਟਾਫੋਰ ਆ। ਭਾਂਡਿਆਂ ਦੀ ਆਵਾਜ਼, ਕਿਚਨ 'ਚ ਭਾਂਡੇ ਖੜਕਦੇ ਨੇ, ਕੜਛੀਆਂ ਡਿੱਗਦੀਆਂ, ਚਮਚੇ ਡਿੱਗਦੇ, ਥਾਲੀ ਡਿੱਗਦੀ, ਸਾਰਾ ਕੁਝ। ਮੇਨ ਲੜਾਈ ਝਗੜਾ ਹੁੰਦਾ, ਥੋੜੀ ਬਹੁਤੀ ਆਰਗੂਮੈਂਟ ਹੁੰਦੀ, ਸਾਰਾ ਕੁਝ। ਇਹ ਸਾਰੇ ਤੋਂ ਪੀਪਲ ਹੂ ਬਿਕਮ ਮੌਂਕ, ਦੇ ਰਿਨਾਊਂਸ ਐਵਰੀਥਿੰਗ। ਇਹ ਕੜਛੀਆਂ ਖੜਕਣੀਆਂ ਬੰਦ ਹੋ ਗਈਆਂ, ਚਲੇ ਗਏ। ਵਾਓ, ਬੜੀ ਕੁਆਇਟ ਲਾਈਫ ਆ, ਬੜੀ ਵਧੀਆ, ਕੋਈ ਡਿਸਟਰਬੈਂਸ ਨਹੀਂ। ਬਲਕਿ ਜੇ ਕਿਸ ਮਰਜ਼ੀ ਹੈ ਤੇ ਕਿਸੇ ਨੂੰ ਆਪਣੇ ਕੋਲ ਆਉਣ ਦਿਓ, ਨਹੀਂ ਮਰਜ਼ੀ ਨਾ ਆਉਣ ਦਿਓ, ਦੂਰ ਚਲੇ ਜਾਓ, ਆਪਣੇ ਤਰੀਕੇ ਨਾਲ ਆਪਣੇ ਰੂਲ ਬਣਾਓ, ਆਪਣੇ ਅਸੂਲ ਚਲਾਓ, ਸਭ ਕੁਝ ਚੱਲੋ, ਤੇ ਆਪਣੀ ਕਿੰਕਰੀ ਵਜਾਓ ਅਨੂਪ, ਜਿਹੜੀ ਹੈ ਐਸੀ ਕਿ ਜਿਹੜੀ ਬਿਲਕੁਲ ਦੂਜਿਆਂ ਦੇ ਕੋਲ ਹੋਏ ਨਾ ਉਸ ਰੂਪ ਦੇ ਵਿੱਚ। ਗੁਰੂ ਸਾਹਿਬ ਨੇ ਕੀ ਕੀਤਾ? ਗੁਰੂ ਸਾਹਿਬ ਨੇ ਘਰਾਂ ਦੀਆਂ ਕੜਛੀਆਂ, ਘਰਾਂ ਦੇ ਚਮਚੇ ਖੜਕਣੇ ਤੇ ਕੀ ਬੰਦ ਕਰਾਉਣੇ ਸੀਗੇ, ਬਲਕਿ ਲੰਗਰ ਚਲਾਤੇ, ਲੰਗਰਾਂ ਦੇ ਖੌਂਚੇ ਖੜਕਣੇ ਸ਼ੁਰੂ ਹੋ ਗਏ, ਭਾਂਡੇ ਖੜਕਣੇ ਸ਼ੁਰੂ ਹੋ ਗਏ, ਇੱਕ ਡਿਫਰੈਂਟ ਆਵਾਜ਼ ਆਉਣੀ ਸ਼ੁਰੂ ਹੋ ਗਈ। ਹੁਣ ਉਹ ਸਾਰੇ ਦੇ ਵਿੱਚ, ਸੌਰੀ ਟੂ ਸੇ, ਸਾਡੇ ਪੰਜਾਬ ਵਿੱਚ ਇੱਕ ਡੇਰਾ ਬਣਿਆ, ਉਸ ਡੇਰੇ ਨੇ ਕਿਤਾਬਾਂ ਲਿਖੀਆਂ ਐਵੇਂ ਦੀਆਂ, ਤੇ ਕਿਤਾਬਾਂ ਪਤਾ ਕਿਵੇਂ ਦੀ ਲਿਖੀਆਂ? ਉਹ ਕਹਿੰਦੇ ਜੀ ਦੇਖੋ, ਗੁਰਦੁਆਰੇ ਵਿੱਚ ਵੈਸੇ ਤੇ ਸਤਜੁਗ ਵਾਪਰਦਾ ਹੈ, ਸਤਜੁਗ, ਸੱਤ ਦੀ ਗੱਲ ਹੈ, ਪਰ ਜਿਵੇਂ ਹੀ ਦੇਗ ਵਰਤਾਉਣੀ ਸ਼ੁਰੂ ਕਰਦੇ ਆ, ਕਲਯੁਗ ਆ ਜਾਂਦਾ ਹੈ। ਐਂਡ people were listening from actually so many years, they were thinking, oh wow, ਵਧੀਆ ਗੱਲ ਹੈ। ਕਿਉਂਕਿ ਰੀਜ਼ਨ ਇਹ ਹੈ, ਰਿਸੋਰਸਸ ਇੰਨੇ ਹੈ ਨਹੀਂ ਸੀ ਖਿੱਤੇ ਦੇ ਵਿੱਚ, ਗੁਰਬਤ ਬੜੀ ਸੀ, ਗਰੀਬੀ ਬੜੀ ਸੀ। ਮੈਂ ਖੁਦ ਵੱਡੇ ਸ਼ਹਿਰਾਂ ਦੇ ਵਿੱਚ ਲੰਗਰ ਲੱਗਦੇ ਹੋਏ ਦੇਖੇ ਨੇ, ਗੁਰਦੁਆਰਿਆਂ 'ਚ ਲੰਗਰ ਚੱਲਦੇ ਹੋਏ ਦੇਖੇ ਨੇ, ਮਤਲਬ ਹਜ਼ਾਰਾਂ ਲੋਕ ਵਿਚਾਰੇ, ਨੀਡੀ ਲੋਕ ਜਿਹੜੇ ਨੇ ਬਾਹਰ ਖੜੇ ਨੇ। ਪਹਿਲਾਂ ਉਹ ਸਿੱਖ ਸ਼ਰਧਾਲੂ ਜੇ ਕਿਤੇ ਪੰਜਾਬ ਤੋਂ ਆਏ ਨੇ, ਕਿਤੇ ਉਹਨਾਂ ਨੂੰ ਖਵਾਉਂਦੇ, ਫਿਰ ਕਹਿੰਦੇ ਭਈ ਆ ਜਾਓ, ਆਉਣ ਲੱਗਿਆਂ ਵੀ ਉੱਥੇ ਡਾਂਗਾਂ ਚੱਲ ਜਾਂਦੀਆਂ, ਮਤਲਬ ਇੱਧਰ ਨਹੀਂ। ਹੁਣ ਹਾਲਤ ਹੈ, ਗੁਰਬਤ ਆ, ਗਰੀਬੀ ਹੈ, ਕੀ ਕਰੋਗੇ? ਲੈਕ ਆਫ ਰਿਸੋਰਸਸ ਜਿਹੜੀ ਹੈ, ਮਤਲਬ ਇੱਕ ਲੈਵਲ ਤੇ ਹੋਰ ਦੇਖੋ। ਸੌਰੀ, ਮੈਂ ਬਾਤ ਬੜੀ ਲੰਬੀ ਹੋ ਰਹੀ ਹੈ, ਪਰ ਮੈਂ ਟੂਕ ਮਾਤਰ ਬਿਆਨ ਕਰਾਂ। ਜਿਸ ਖਿੱਤੇ ਦੇ ਕੋਲ ਦੁਨੀਆ ਦੇ ਲੈਸ ਦੈਨ 2% ਰਿਸੋਰਸਸ ਨੇ ਤੇ 22% ਪਾਪੂਲੇਸ਼ਨ ਹੈ, ਹਾਊ ਦੇ ਗੋਨਾ ਸਰਵਾਈਵ? ਜਿਹੜਾ ਪੋਲੀਟੀਕਲ ਸਿਸਟਮ ਆ, ਸਾਰਾ ਕੁਝ ਡੀਪ ਲੈਵਲ ਤੇ ਜਾ ਕੇ ਦੇਖੋ, ਐਕਚੁਅਲ ਲੈਵਲ ਤੇ ਜਸਟ ਇੱਕ ਮੌਬ ਨੂੰ ਕੰਟਰੋਲ ਕਰਨਾ, ਹੋਰ ਕੁਝ ਨਹੀਂ ਹੈਗਾ। ਇਹੀ ਉਹਨਾਂ ਦੀ ਖੂਬੀ ਹੈ,
ਵੀ ਇਹਨੂੰ ਕੰਟਰੋਲ ਕਰਕੇ ਰੱਖੋ, ਭਾਵੇਂ ਉਹ ਜਿਸ ਤਰੀਕੇ ਨਾਲ ਮਰਜ਼ੀ ਕਰਕੇ ਰੱਖੋ। ਇਹ ਰਿਐਲਿਟੀ ਦੇ ਵਿੱਚ ਆ। ਇੱਥੇ ਅਲ ਜਜ਼ੀਰਾ ਵਰਗਾ ਚੈਨਲ ਜਾਂਦਾ ਇੰਡੀਆ ਦੇ ਵਿੱਚ, ਤੇ ਪਹਿਲੀ ਵਾਰ ਕਿਤੇ ਉਹਨਾਂ ਦੇ ਬੰਦੇ ਦਰਬਾਰ ਸਾਹਿਬ ਲੰਗਰ ਵਿਜ਼ਿਟ ਕਰਨ ਲਈ ਤੁਰ ਜਾਂਦੇ ਨੇ। They were totally out of mind. They were saying, what's happening over here? ਇਹ ਰੱਬ ਦਾ ਘਰ ਹੈ ਤੇ ਜਿੱਥੇ ਮਤਲਬ 2-2 ਚਮਚਿਆਂ ਦੇ ਫੂਡ ਵਾਸਤੇ ਕਤਲ ਹੋ ਜਾਂਦੇ, ਹਜ਼ਾਰਾਂ ਲੋਕਾਂ ਨੂੰ ਆਵਾਜ਼ਾਂ ਮਾਰੀਆਂ ਜਾ ਰਹੀਆਂ ਨੇ, ਆਓ ਥਾਲੀਆਂ ਫੜਾਈਆਂ ਜਾ ਰਹੀਆਂ, ਚਮਚੇ, ਗਰਮ ਚਾਹ, ਗਰਮ ਪ੍ਰਸ਼ਾਦੇ, ਲਗਾਤਾਰ ਤੇ ਨਹੀਂ ਕੰਟੀਨਿਊਸਲੀ ਚੱਲੀ ਜਾ ਰਿਹਾ। ਉਹ ਕਹਿੰਦੇ ਇਸ ਤੋਂ ਵੱਡੀ ਕੀ ਚੀਜ਼ ਵਿਖਾਵਾਂਗੇ। ਖੈਰ, ਜਿਹੜੀ ਮੈਂ ਬਾਤ ਕਰਨ ਲੱਗਾ ਸੀਗਾ ਕਿ ਜਦੋਂ ਮਨੁੱਖਤਾ ਦੀ ਸੇਵਾ ਕਰਨੀ ਹੈ ਤੇ ਮਨੁੱਖਤਾ ਦੀ ਸੇਵਾ 'ਚ ਤੇ ਬੜੇ ਇਸ਼ੂ ਹੋਣਗੇ। ਮਤਲਬ ਪਰਫੈਕਟ ਤੇ ਕੁਝ ਵੀ ਨਹੀਂ ਹੈਗਾ। ਲੋਕੀ ਕਹਿੰਦੇ ਕਿ ਆਪਾਂ ਬਾਣੀ ਪੜ੍ਹਦੇ ਆ ਨਾ, ਤੇ ਬਾਣੀ ਪੜ੍ਹਨ ਦੇ ਨਾਲ ਘਰਾਂ ਦੇ ਕਲੇਸ਼ ਮੁੱਕ ਜਾਣੇ ਚਾਹੀਦੇ ਨੇ, ਮੁੱਕ ਜਾਂਦੇ ਨੇ, ਸਭ ਚੀਜ਼ਾਂ ਹੋ ਜਾਂਦੀਆਂ ਨੇ। ਬਿਲਕੁਲ ਹੋ ਜਾਂਦੀਆਂ ਨੇ, ਪਰ ਇੱਕ ਗੱਲ ਚੇਤੇ ਰੱਖਿਆ ਜੇ, ਇਹਦੇ ਵਿੱਚ ਤੁਹਾਡਾ ਵਿਸ਼ਵਾਸ, ਤੁਹਾਡਾ ਸਮਰਪਣ ਤੇ ਤੁਹਾਡੀ ਲਗਾਤਾਰਤਾ ਨਾਲ ਪਾਇਆ ਹੋਇਆ ਯੋਗਦਾਨ ਕੰਮ ਕਰੇਗਾ ਗੁਰਬਾਣੀ ਮੁਤਾਬਕ, ਤੇ ਕੁਦਰਤ ਦੇ ਹੁਕਮ ਵਿੱਚ ਰਹਿਣ ਦੀ ਤੁਹਾਡੇ ਅੰਦਰ ਜਾਚ ਆ ਜਾਏਗੀ ਬਾਣੀ ਦੇ ਮੁਤਾਬਕ। ਅਦਰਵਾਈਜ਼ ਚੀਜ਼ਾਂ ਮਦਰ ਨੇਚਰ ਆਪਣੇ ਲਾ ਵਿੱਚ ਆਪਣੇ ਤਰੀਕੇ ਨਾਲ ਵੀ ਚਲਾਉਂਦੀ ਹੈ। ਗੁਰੂ ਸਾਹਿਬ ਦੇ ਆਪਣੇ ਘਰਾਂ 'ਚ ਦੇਖੋ ਤੁਸੀਂ, ਕਿਤੇ ਪੁੱਤਰ ਆਖੇ ਨਹੀਂ ਲੱਗ ਰਹੇ, ਕਿਤੇ ਪੁੱਤਰ ਬਾਗੀ ਹੋ ਰਹੇ ਨੇ। ਬਿਲਕੁਲ ਹੀ ਗੁਰੂ ਸਾਹਿਬ ਸੱਜੇ ਨੂੰ ਜਾ ਰਹੇ, ਖੱਬੇ ਨੂੰ ਜਾ ਰਹੇ ਨੇ, ਤੇ ਗੁਰੂ ਸਾਹਿਬ ਨੇ ਦਰਸਾਇਆ ਕਿਹਾ ਇਹ ਸਭ ਕੁਝ ਪੋਸੀਬਲ ਆ। ਇਹ ਆ ਬਾਣੀ, ਇਹ ਆ ਉਪਦੇਸ਼। ਤੇ ਫਿਰ ਕੱਲਾ ਨਾਦ ਇਹ ਨਹੀਂ ਕਿ ਕਿੰਕੁਰੀ ਵੱਜ ਰਹੀ ਹੈ, ਐਵਰੀਥਿੰਗ ਇਜ਼ ਗੋਇੰਗ ਅਕੋਰਡਿੰਗ ਟੂ ਪਲਾਨ, ਅਕੋਰਡਿੰਗ ਟੂ ਐਕਚੁਅਲੀ देयर ओन ਵਿਸ਼ੇਸ। ਨੋ 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 ਨੋ। ਤੇ ਫਿਰ ਇਹ ਵੀ ਨਹੀਂ ਵੀ ਉੱਥੇ ਸਿਰਫ ਮਾਲਾ ਜਪ ਰਹੀ ਹੈ ਸਾਰਾ ਕੁਝ। ਉਹ ਕੈਸੇ ਗੁਰੂ ਕੇ ਪਿਆਰੇ ਹੋਣਗੇ ਜਿਨ੍ਹਾਂ ਲਈ ਨਾਦ ਦੀ ਆਵਾਜ਼ ਸਿਰਫ ਸੰਗੀਤ ਦੀ ਆਵਾਜ਼ ਨਹੀਂ, ਸਿਰਫ ਅਧਿਆਤਮਤਾ ਦੀਆਂ ਧੁਨਾਂ ਨਹੀਂ ਗਈਆਂ, ਰਣਜੀਤ ਨਗਾਰੇ ਦੀਆਂ ਚੋਟਾਂ ਵੀ ਨਾਦ ਦੀਆਂ ਆਵਾਜ਼ਾਂ ਲੱਗਦੀਆਂ ਉਹਨਾਂ ਨੂੰ, ਖੰਡੇ ਦੇ ਖੜਕਾਟਾਂ ਦੇ ਵਿੱਚੋਂ ਉਹਨਾਂ ਨੂੰ ਰੱਬ ਦੀ ਆਵਾਜ਼ ਸੁਣਦੀ। ਤੁਸੀਂ ਦੇਖੋ, ਡੁੱਲਦੇ ਖੂਨ ਨੂੰ ਕੁਮਕੁਮ ਤੋਂ ਜ਼ਿਆਦਾ, ਕੇਸਰ ਤੋਂ ਜ਼ਿਆਦਾ ਚੰਗਾ ਸਮਝਦੇ। ਇਹ ਸਿੱਖੀ ਹੈ। ਐਕਚੁਅਲ ਲੈਵਲ ਤੇ ਇਹ ਜਿਹੜਾ ਸਕੂਲ ਆਫ ਥਾਟ ਆ, ਇਹ ਹੈ ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹ ਨਾਦ ਸੁਣਨਾ ਆ। ਦੇਖੋ, ਇਹ ਚੀਜ਼ਾਂ ਸਾਨੂੰ ਭਾਵੇਂ ਅਸੀਂ ਛੋਟੇ ਲੈਵਲ ਤੇ ਕਰੀਏ ਪਰਿਵਾਰਾਂ ਦੇ ਵਿੱਚ, ਤੇ ਭਾਵੇਂ ਅਸੀਂ ਉਹਨੂੰ ਸੋਸ਼ਲ ਸਟਰਕਚਰ ਵਿੱਚ ਲੈ ਕੇ ਆਈਏ, ਐਂਡ ਆਫ ਦਾ ਡੇ ਜੇ ਹਿਊਮਨ ਬੀਇੰਗ ਨੇ ਜਿਹੜੀ ਵੈਲ ਬੀਇੰਗ ਤੇ ਕੰਮ ਕਰਨਾ, ਦੈਟ ਇਜ਼ ਦਾ ਸੋਲਿਊਸ਼ਨ, ਦੈਟ ਇਜ਼ ਦਾ ਐਕਚੁਅਲੀ ਮੈਲ ਰਹਿਤ ਜੀਵਨ। ਬਾਕੀ ਰਹਿੰਦੇ ਸ਼ਬਦ ਜਿਹਦੀ ਬਾਤ ਅੱਗੇ ਆਉਂਦੀ ਰਹੇਗੀ, ਜਿਹਦੀ ਵਿਚਾਰ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਆ। ਭੁੱਲਾਂ ਗਲਤੀਆਂ ਨਾ ਚਤਾਰਨੀਆਂ। ਆਪ ਸੰਗਤ ਦਾ ਬੜਾ ਧੰਨਵਾਦ ਸਪਰੇਮ ਸਰਵਨ ਕਰਨ ਵਾਸਤੇ। ਰਾਗੀ ਵੀਰ ਅਗਲਾ ਪ੍ਰੋਗਰਾਮ ਤੁਹਾਨੂੰ ਸਰਵਨ ਕਰਵਾਉਣਗੇ। ਮੈਨੂੰ ਆਵਾਜ਼ ਦੇਣੀ, ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।